ਹਿਊਮਨ ਰਾਈਟਸ ਆਲ ਓਵਰ ਦ ਵਰਲਡ ਸੇਮ ਆ ਔਰ ਉਹਨੂੰ ਕੋਈ ਵੀ ਬੰਦਾ ਕਿਸੇ ਵੀ ਜਗ੍ਹਾ ਦੇ ਉੱਤੇ ਬੈਠਾ ਉਹਦੀ ਪ੍ਰੋਟੈਕਸ਼ਨ ਵਾਸਤੇ ਆਵਾਜ਼ ਚੁੱਕ ਸਕਦਾ ਆ। ਜਦੋਂ ਇੱਕ ਪ੍ਰੋਟੈਸਟ ਇੰਨੇ ਲੰਬੇ ਸਮੇਂ ਤੋਂ ਇੰਨੀ ਮਾਸ ਮੂਵਮੈਂਟ ਦੇ ਲੈਵਲ ਦੇ ਉੱਪਰ ਚੱਲ ਰਿਹਾ ਆ, ਤੁਸੀਂ ਉਹਨੂੰ ਸੋਲਵ ਨਹੀਂ ਕਰ ਪਾ ਰਹੇ, ਇਹ ਕਿਤੇ ਨਾ ਕਿਤੇ ਸਰਕਾਰ ਦੀ ਇਨਕੰਪੀਟੈਂਸੀ ਵੀ ਨਜ਼ਰ ਆਉਂਦੀ ਆ। ਮੋਦੀ ਸਾਹਿਬ ਹੋ ਗਏ, ਉਹਨਾਂ ਦੀ ਪਾਰਟੀ ਹੋ ਗਈ, ਉਹ ਸੁਪਰ ਹਿਊਮਨਸ ਆ ਜੀ, ਹੈ ਨਾ। ਉਹ ਆਪਣੇ ਆਪ ਨੂੰ ਇਨਸਾਨੀ ਤਬਕੇ ਦੇ ਮੰਨਦੇ ਨਹੀਂ ਤੇ ਦੇਵੀ ਦੇਵਤੇ ਆ, ਉਹ ਕੁਝ ਮਰਜ਼ੀ ਕਰ ਸਕਦੇ ਆ। ਤੁਸੀਂ ਕਿਸੇ ਨੂੰ ਸੱਚ ਬੋਲਣ ਦੇਣਾ ਨਹੀਂ ਚਾਹ ਰਹੇ, ਤੁਸੀਂ ਉਹ ਚਾਹ ਰਹੇ ਆ ਕਿ ਜੋ ਤੁਸੀਂ ਕਹੋ ਉਹੀ ਲੋਕ ਬੋਲਣ, ਉਹੀ ਹੋਵੇ, ਐਂਡ ਦੈਟ ਇਜ਼ ਨਾਟ ਪੋਸੀਬਲ। ਇਹ ਪੋਸੀਬਲ ਨਹੀਂ ਹੁੰਦਾ ਕਦੀ ਵੀ। ਪ੍ਰੈਸ ਨੂੰ ਜਕੜ ਲੈਣਾ ਜਾਂ ਉਹਨੂੰ ਖਰੀਦ ਲੈਣਾ ਜਾਂ ਜਿਸ ਤਰੀਕੇ ਨਾਲ ਵੀ ਇਹ ਸਭ ਕੁਝ ਚੱਲ ਰਿਹਾ, ਇਹ ਆਪਣੇ ਆਪ 'ਚ ਕੋਈ ਹੈਲਦੀ ਚੀਜ਼ ਨਹੀਂ ਹੁੰਦੀ। ਇਹੀ ਚੀਜ਼ਾਂ ਪਹਿਲੇ ਦਿਨ ਤੋਂ ਬੋਲ ਰਹੇ ਸੀਗੇ ਕਿ ਇਹਨਾਂ ਨੂੰ 84 याद करावांगे, ਇਹਨਾਂ ਨੂੰ ਇਸ ਤਰ੍ਹਾਂ ਕਰਾਂਗੇ, 2 दिन ਚ चुका देंगे, हमें 1 घंटे का समय दो। 1 घंटे का समय कादे वास्ते, है ना, टू किल पीपल। फैसिज्म दी एक ना बड़ी प्रोमिनेंट करैक्टर स्केच है, ਉਹਦੇ ਵਿੱਚ ਹੈ ਹੀ ਇਹ ਕਿ ਜਿਹੜਾ ਤੁਹਾਡੇ ਖਿਲਾਫ ਬੋਲੇ ਉਹਨੂੰ 2 ਤਰੀਕਿਆਂ ਨਾਲ ਖਤਮ ਕਰ ਦਿਓ। ਉਹਨੂੰ ਕਹਿ ਦਿਓ ਕਿ ਇਹ ਐਂਟੀ ਨੈਸ਼ਨਲ ਹੈ, ਇਹ ਥ੍ਰੈਟ ਟੂ ਯੋਰ ਨੇਸ਼ਨ ਹੈ। ਇਸ ਤਰੀਕੇ ਨਾਲ ਜਿਹੜਾ ਉਸ ਇੰਨੇ ਸਾਲਾਂ 'ਚ ਇੱਕ ਇੰਡੀਆ ਨੇ ਆਪਣੀ ਇੱਕ ਫੋਰਨ ਪਾਲਿਸੀ ਦੇ ਨਾਲ ਆਪਣਾ ਇੱਕ ਰਿਲੇਸ਼ਨਸ਼ਿਪ ਬਿਲਡ ਕੀਤਾ ਸੀਗਾ ਨਾ, ਕਿ ਤੁਸੀਂ ਉਹ ਵੀ ਤੋੜ ਰਹੇ ਆ। ਇਹ ਜਿਹੜਾ ਇਹ ਰੇੜਕਾ ਹੈ ਨਾ, ਇਹ ਮੋਦੀ ਸਾਹਿਬ ਹੁਣਾਂ ਨੂੰ ਖਤਮ ਕਰਕੇ ਇਹਦੇ ਉੱਤੇ ਪੁਨਰ ਵਿਚਾਰ ਕਰ ਲੈਣਾ ਚਾਹੀਦਾ ਕਿ ਇਹਨੂੰ ਇੱਕ ਵਾਰੀ ਬੰਦ ਕਰ ਦਈਏ। 3 ਸਾਲਾਂ ਲਈ ਵੀ ਤਾਂ ਕਰਨ ਨੂੰ ਤਿਆਰ ਹੀ ਨੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਤੇ ਗੱਲਬਾਤ ਆਪਾਂ ਕਰਨੀ ਹੈ ਕਿਸਾਨੀ ਅੰਦੋਲਨ ਦੀ, ਜੋ ਕਿ ਪੰਜਾਬ ਦੀ ਧਰਤੀ ਤੋਂ ਇੱਕ ਚਿੰਨ੍ਹ ਉੱਠੀ, ਜੋ ਦਿੱਲੀ ਦੀਆਂ ਬਰੂਹਾਂ ਤੇ ਹੁਣ ਦਿੱਲੀ ਦੀਆਂ ਬਰੂਹਾਂ ਤੋਂ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਇਸ ਅੰਦੋਲਨ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ। ਤੇ ਇਸੇ ਹੀ ਵਿਸ਼ੇ ਤੇ ਆਪਾਂ ਵਿਚਾਰ ਚਰਚਾ ਕਰਨੀ ਹੈ। ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬੀਬੀ ਕਿਰਨਪ੍ਰੀਤ ਕੌਰ ਜੀ, ਸਿੱਖ ਵਿਦਵਾਨ ਆ, ਉਹਨਾਂ ਦਾ ਸਵਾਗਤ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸ਼ੁਰੂਆਤ ਅੱਜ ਆਪਾਂ ਇੱਥੋਂ ਹੀ ਕਰਨੀ ਹੈ ਕਿ ਇੰਟਰਨੈਸ਼ਨਲ ਸਪੋਰਟ ਵੀ ਜਿਹੜੀ ਹੈ ਮੋਰਚੇ ਨੂੰ ਕਾਫੀ ਮਿਲ ਰਹੀ ਹੈ, ਚਾਹੇ ਸਮੇਂ ਤੇ ਕੈਨੇਡਾ ਤੋਂ ਕੋਈ ਬਿਆਨ ਆਉਂਦਾ ਹੋਵੇ ਜਾਂ ਆਪਾਂ ਕਹਿ ਲਈਏ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਇਹਦੀ ਜਿਹੜੀ ਗੱਲਬਾਤ ਹੋਈ ਹੈ। ਤੇ ਥੋੜਾ ਜਿਹਾ ਆਪਾਂ ਕੰਪੈਰੀਜ਼ਨ ਵੀ ਕਰ ਲਈਏ ਕਿ ਭਾਰਤ ਦੀ ਧਰਤੀ ਤੇ ਜੇ ਆਪਾਂ ਇਸੇ ਸਰਕਾਰ ਦੀ ਗੱਲ ਕਰੀਏ ਤੇ ਉਹਨਾਂ ਸਮਿਆਂ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਉੱਥੇ ਪ੍ਰੋਟੈਸਟ ਹੋਏ ਨੇ, ਚਾਹੇ ਉਹ ਸ਼ਹੀਨ ਬਾਗ ਵਾਲਾ ਹੋਵੇ ਜਾਂ ਜਾਟ ਅੰਦੋਲਨ ਹੋਣ, ਤੇ ਉਹਨਾਂ ਨੂੰ ਜਿਹੜਾ ਹੈ ਬੜੀ ਜਲਦੀ ਹੀ ਜਿਹੜਾ ਉਹਨਾਂ ਵੱਲੋਂ ਕੰਟਰੋਲ ਕਰ ਲਿੱਤਾ ਜਾਂਦਾ ਸੀ, ਕ੍ਰਸ਼ ਕਰ ਲਿੱਤਾ ਜਾਂਦਾ ਸੀ। ਪਰ ਇਹ ਵਾਲੀ ਜਿਹੜੀ ਗੱਲ ਹੈ ਇੰਟਰਨੈਸ਼ਨਲ ਸਪੋਰਟ ਜਿਹੜੀ ਇੰਨੀ ਮਿਲ ਰਹੀ ਹੈ, ਇਹਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੈਗੇ ਆ ਜੇ ਆਪਾਂ ਬਾਕੀਆਂ ਨਾਲ ਕੰਪੈਰੀਜ਼ਨ ਕਰਨਾ ਹੋਵੇ? ਹਾਂਜੀ, ਜਦੋਂ ਆਪਾਂ ਇਹਨੂੰ ਬਾਕੀਆਂ ਦੇ ਨਾਲ ਅਗਰ ਕੰਪੇਅਰ ਕਰਾਂਗੇ ਨਾ ਜੀ, ਤੇ ਜਿਹੜਾ ਉੱਥੇ ਸਭ ਤੋਂ ਵੱਡਾ ਪ੍ਰੋਟੈਸਟ ਹੋਇਆ, ਜਿਹਨੂੰ ਗਾਰਡੀਅਨ ਨੇ ਸਭ ਤੋਂ ਵੱਡਾ ਪ੍ਰੋਟੈਸਟ ਮੰਨਿਆ ਸੀਗਾ ਇਸ ਅੰਦੋਲਨ ਤੋਂ ਪਹਿਲਾਂ, ਉਹ ਸੀ ਸ਼ਾਹੀਨ ਬਾਗ ਵਾਲਾ ਜੀ। ਪ੍ਰੋਬਲਮ ਕਿੱਥੇ ਰਹੀ ਕਿ ਜਿਹੜਾ ਸ਼ਾਹੀਨ ਬਾਗ ਵਾਲਾ ਅੰਦੋਲਨ ਸੀਗਾ, ਦੇਖੋ ਉਹ ਬੇਸਿਕਲੀ ਮੁਸਲਿਮ ਕਮਿਊਨਿਟੀ ਦਾ ਮਤਲਬ ਮੰਨਿਆ ਜਾ ਸਕਦਾ, ਵੈਸੇ ਤਾਂ ਉਹ ਵੀ ਹਿਊਮਨ ਰਾਈਟਸ ਦੇ ਨਾਲ ਰਿਲੇਟਡ ਸੀਗਾ, ਬਟ ਮੈਜੋਰਿਟੀ ਉੱਤੇ ਜਿਹੜਾ ਮੁੱਦਾ ਸੀ ਉਹ ਮੁਸਲਮਾਨਾਂ ਦਾ ਸੀਗਾ। ਜਿਹੜੀਆਂ ਮੁਸਲਿਮ ਕੰਟਰੀਜ਼ ਆ ਨਾ, ਉਹਨਾਂ ਨੇ ਬਹੁਤ ਜ਼ਿਆਦਾ ਵੱਧ ਕੇ ਅੱਗੇ ਹੋ ਕੇ ਉਹਨਾਂ ਨੇ ਗੱਲ ਨਹੀਂ ਕੀਤੀ, ਨਾ ਮੁਸਲਿਮ ਡਾਇਸਪੋਰਾ ਨੇ ਗੱਲ ਕੀਤੀ ਬਹੁਤ ਜ਼ਿਆਦਾ, ਹੈ ਨਾ। ਜਿਸ ਤਰੀਕੇ ਨਾਲ ਜਦੋਂ ਅਸੀਂ ਜਿਹੜਾ ਇਹ ਪ੍ਰੋਸੈਸ਼ਨ ਜਦੋਂ ਨਿਕਲਿਆ ਆ, ਜਦੋਂ 27 ਨਵੰਬਰ ਨੂੰ ਉੱਥੋਂ ਚੱਲੇ ਆ, ਇਹ ਬਿਲਕੁਲ 26 ਨਵੰਬਰ ਨੂੰ ਜਦੋਂ ਚੱਲੇ ਆ, ਤੇ ਉਸੇ ਟਾਈਮ ਜਿਹੜਾ ਪੰਜਾਬੀ ਮੀਡੀਆ ਜਿਨ੍ਹਾਂ ਦਾ ਕਿ ਰੋਲ 26 ਜਨਵਰੀ ਨੂੰ ਜਿੰਨਾ ਨੈਗੇਟਿਵ ਰਿਹਾ, ਉਨਾ ਹੀ ਪੋਜ਼ਿਟਿਵ ਜਿਹੜਾ ਉਦੋਂ ਰਿਹਾ ਸੀਗਾ। ਹਰ ਇੱਕ ਤਰ੍ਹਾਂ ਦੀਆਂ ਛੋਟੀਆਂ ਵੀਡੀਓਜ਼, ਪੈਰ ਦੀ ਜਿਹੜੀ ਰਿਪੋਰਟਿੰਗ ਆ ਉਹ ਆਮ ਲੋਕਾਂ ਤੱਕ ਪਹੁੰਚੀ ਜੀ। ਔਰ ਜਿਹੜਾ ਡਾਇਸਪੋਰਾ ਨਾ, ਉਹ ਇੱਕਦਮ ਇਸ ਪਾਸੇ ਜਿਹੜਾ ਪੰਜਾਬੀ ਡਾਇਸਪੋਰਾ, ਖਾਸ ਤੌਰ ਤੇ ਪੰਜਾਬੀ ਵਿੱਚੋਂ ਵੀ ਮੈਂ ਕਹੂੰਗੀ ਜਿਹੜਾ ਸਿੱਖ ਡਾਇਸਪੋਰਾ ਆ, ਉਹ ਇੱਕਦਮ ਵਿੱਚ ਜੰਪ ਕਰ ਗਿਆ, ਕਿਉਂਕਿ ਅਸੀਂ ਸਾਰੇ ਹੀ ਦੇਖ ਰਹੇ ਸੀਗੇ, ਹੈ ਨਾ। ਹੁਣ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਵੀ ਆ ਕਿਉਂਕਿ ਸਾਡੀਆਂ ਜਿਹੜੇ ਪਰਿਵਾਰ ਨੇ ਨਾ ਉਹ ਪਿੱਛੇ ਆ ਜੀ। ਸਿੱਖਾਂ ਦੀਆਂ ਜਿੰਨੇ ਵੀ ਸਿੱਖ ਚਾਹੇ ਜਿੱਥੇ ਮਰਜ਼ੀ ਰਹਿ ਰਹੇ ਆ ਉਹ ਦੁਨੀਆ ਦੇ ਵਿੱਚ, ਪਰ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਇਮੀਡੀਏਟ ਫੈਮਿਲੀ ਮੈਂਬਰ ਆ ਉਹ ਪੰਜਾਬ 'ਚ ਹੈਗਾ, ਤੇ ਉਹ ਉਹਦੇ ਨਾਲ ਆਪਣੇ ਆਪ ਨੂੰ ਰਿਲੇਟਡ ਮਹਿਸੂਸ ਕਰਦੇ ਆ। ਅਸੀਂ ਉਹ ਦੇਖ ਰਹੇ ਸੀਗੇ, ਤੇ ਇਸ ਕਰਕੇ ਤੇ ਜਦੋਂ ਉਹ ਸਾਰੀ ਜਿਹੜੀ ਨਿਊਜ਼ ਆ ਉਹ ਬਿਲਕੁਲ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਜੀ। ਹੁਣ ਇੰਟਰਨੈਸ਼ਨਲ ਕਿਵੇਂ ਹੋ ਗਿਆ? ਕਿਉਂਕਿ ਜਿਹੜਾ ਸਿੱਖ ਡਾਇਸਪੋਰਾ ਇੱਥੇ ਬੈਠਾ ਆ, ਚਾਹੇ ਉਹ ਇੰਗਲੈਂਡ ਹੋਵੇ, ਚਾਹੇ ਉਹ ਕੈਨੇਡਾ ਹੋਵੇ, ਚਾਹੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਮਰਜ਼ੀ ਹੋਵੇ, ਉਹਨਾਂ ਸਾਰਿਆਂ ਨੇ ਆਪ ਮੁਹਾਰੇ ਬਿਨਾਂ ਕਿਸੇ ਦੇ ਕਿਹਾ ਪ੍ਰੋਸੈਸ਼ਨਸ ਕੱਢੇ
ਜੀ ਬਿਲਕੁਲ ਹੈ ਨਾ। ਔਰ ਉਹਨਾਂ ਨੇ ਜਿੱਥੇ ਜਿੱਥੇ ਵੀ ਉਹ ਸੀਗੇ ਉਹਨਾਂ ਐਮਬੈਸੀਜ਼ ਦੇ ਸਾਹਮਣੇ, ਇੰਡੀਅਨ ਐਮਬੈਸੀਜ਼ ਦੇ ਸਾਹਮਣੇ ਜਾ ਕੇ ਰੈਲੀਜ਼ ਲੈ ਕੇ ਗਏ ਉੱਥੇ ਤੱਕ। ਉਹਦੇ ਨਾਲ ਇੱਕ ਬਹੁਤ ਲਾਊਡ ਐਂਡ ਕਲੀਅਰ ਆਵਾਜ਼ ਗਈ ਕਿ ਪੂਰੀ ਦੁਨੀਆ ਇਹਨਾਂ ਦੇ ਨਾਲ ਆ ਜੀ, ਹੈ ਨਾ। ਹੈਗੇ ਉਹ ਜ਼ਿਆਦਾ ਜਿਨ੍ਹਾਂ ਨੇ ਬਣਾਈਆਂ ਜਾਂ ਸ਼ੁਰੂ ਕੀਤੀਆਂ ਉਹ ਸਿੱਖ ਜਥੇਬੰਦੀਆਂ ਨੇ ਕੀਤੀਆਂ ਸੀਗੀਆਂ। ਦੂਸਰਾ ਜਿਹੜਾ ਇਹਦੇ ਵਿੱਚ ਬੜਾ ਅਹਿਮ ਰੋਲ ਆ ਨਾ, ਉਹ ਸੇਵਾ ਨੇ ਨਿਭਾਇਆ ਆ। ਜਿਸ ਤਰ੍ਹਾਂ ਦੀ ਸੇਵਾ ਉੱਥੇ ਦਿੱਲੀ, ਚਾਹੇ ਉਹ ਸਿੰਘੂ ਹੋਵੇ ਚਾਹੇ ਕੁੰਡਲੀ ਹੋਵੇ, ਜਿੱਥੇ ਵੀ ਉੱਥੇ ਦੇਖਣ ਨੂੰ ਮਿਲੀ ਆ, ਉਸ ਸੇਵਾ ਨੇ ਬਹੁਤ ਜ਼ਿਆਦਾ ਧਿਆਨ ਖਿੱਚਿਆ ਲੋਕਾਂ ਦਾ। ਜਿਨ੍ਹਾਂ ਵਿੱਚੋਂ ਕੁਝ ਜਿਹੜੇ ਰਿਪੋਰਟਰਸ ਨੇ, ਜਿਹੜੇ ਆਪਾਂ ਕਹਿ ਸਕਦੇ ਇੰਡੀਅਨ ਰਿਪੋਰਟਰਸ, ਜਿਹੜੇ ਉਹ ਗੱਲ ਕਰ ਰਹੇ ਪੰਜਾਬੀ ਰਿਪੋਰਟਰਸ ਨੂੰ ਛੱਡ ਕੇ, ਉਹ ਹੈਗੇ ਜਿੱਦਾਂ ਅਜੀਤ ਅੰਜੁਮ ਹੋਣੀ ਹੋ ਗਏ, ਹੈ ਨਾ। ਐਵਰੀਬਡੀ ਉਹ ਬੇਸਿਕਲੀ ਉਹ ਕੀ ਕਰ ਰਹੇ ਸੀਗੇ ਕਿ ਉਹ ਅਜੀਤ ਅੰਜੁਮ ਹੋਣੀ ਸਾਰੇ ਉੱਥੇ ਜਾ ਕੇ ਲੰਗਰ ਦੀ ਸੇਵਾ ਕਿੱਦਾਂ ਕਰ ਰਿਹਾ ਹੈ। ਤਾਂ ਇੱਕ ਇਹਨੇ ਵੀ ਬੜੀ ਜ਼ਿਆਦਾ ਜਿਹੜੀ ਆ ਉਹ ਕੈਚ ਕਰ ਲਈ ਅਟੈਂਸ਼ਨ ਆਲ ਓਵਰ ਦ ਵਰਲਡ ਕਿ ਇਦਾਂ ਦਾ ਵੀ ਕੁਝ ਹੋ ਰਿਹਾ। ਹੁਣ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਸ ਤਰੀਕੇ ਨਾਲ ਸ਼ਾਹੀਨ ਬਾਗ ਦੇ ਟਾਈਮ ਕੀ ਹੋਇਆ ਸੀ ਕਿ ਉੱਥੇ ਕੁਝ ਲੋਕ ਬੈਠੇ ਹੋਏ ਸੀਗੇ ਔਰ ਬਹੁਤ ਘੱਟ ਦੁਨੀਆ ਦੇ ਵਿੱਚ ਜਿਹੜੇ ਵਾਕਈ ਹਿਊਮਨ ਰਾਈਟਸ ਦੇ ਨਾਲ ਚੱਲਣ ਵਾਲੇ ਲੋਕ ਆ, ਉਹਨਾਂ ਨੇ ਉਹਨਾਂ ਨੂੰ ਹੀਰੋ ਬਣਾਇਆ। ਜਾਂ ਉਹ ਜਿਹੜੀ ਬਿਲਕਿਸ ਦਾਦੀ ਵਾਲੀ ਗੱਲ ਹੋਈ ਸੀਗੀ, ਉਹਨਾਂ ਨੂੰ ਟਾਈਮ ਮੈਗਜ਼ੀਨ ਤੇ ਲੈ ਕੇ ਆ ਗਏ। ਸਾਡੇ ਨਾਲ ਕੀ ਹੋਇਆ, ਕਿਉਂਕਿ ਸਾਡੇ ਜਿਹੜਾ ਡਾਇਸਪੋਰਾ ਹੈ ਉਹ ਬਹੁਤ ਵੱਡੀਆਂ ਜਗ੍ਹਾ ਤੇ ਵੀ ਹੈਗਾ, ਜਿਵੇਂ ਗੁਰਰਤਨ ਸਿੰਘ ਹੁਣੀ ਹੋ ਗਏ, ਜਗਮੀਤ ਸਿੰਘ ਹੈਗੇ ਆ, ਹੈ ਨਾ। ਇੱਥੇ ਆਪਣੇ ਤਨਮਨਜੀਤ ਸਿੰਘ ਢੇਸੀ ਹੈਗੇ ਆ, ਪ੍ਰੀਤ ਕੌਰ ਗਿੱਲ ਆ, ਇਹ ਪਹਿਲੇ ਦਿਨ ਤੋਂ ਹੀ ਨਾਲ ਲੱਗੇ ਹੋਏ ਆ ਔਰ ਬੜੇ ਖੁੱਲ ਕੇ ਸਪੋਰਟ ਕਰ ਰਹੇ ਆ ਫਰੋਮ ਡੇ 1। ਜਿਸ ਦਿਨ ਪਹਿਲੇ ਦਿਨ ਹੀ ਉੱਥੇ ਸਾਰੀਆਂ ਉਹ ਪਾਣੀ ਦੀਆਂ ਬੌਛਾੜਾਂ ਔਰ ਸਾਰਾ ਕੁਝ ਹੋ ਰਿਹਾ ਸੀਗਾ, ਤਨਮਨਜੀਤ ਸਿੰਘ ਢੇਸੀ ਹੁਣਾਂ ਨੇ ਇੱਥੇ ਆਵਾਜ਼ ਉਦੋਂ ਹੀ ਚੁੱਕ ਦਿੱਤੀ ਸੀ, ਹੈ ਨਾ। ਤੇ ਜਦੋਂ ਇੱਕ MP ਬੋਲਦਾ ਨਾ, ਉਹ ਵੀ ਪਾਰਲੀਮੈਂਟ ਦੇ ਵਿੱਚ, ਦੇਖੋ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੁੰਦਾ ਉਹ ਆਮ ਸੈਸ਼ਨ ਨਹੀਂ ਹੁੰਦਾ। ਤੁਸੀਂ ਮੈਂ ਗੱਲ ਕਰਕੇ ਘਰ ਜਾ ਸਕਦੇ ਆ, ਪਾਰਲੀਮੈਂਟ ਵਿੱਚ ਜੋ ਵੀ ਕੁਝ ਬੋਲਿਆ ਗਿਆ ਉਹ ਮਿੰਟ ਆਫ ਮੀਟਿੰਗ 'ਚ ਰਿਕਾਰਡ ਹੋ ਜਾਣਾ ਆ। ਯਾਨੀ ਕਿ ਅੱਜ ਤੋਂ ਅਗਰ 100 ਸਾਲ ਬਾਅਦ ਵੀ ਕੋਈ ਪਾਰਲੀਮੈਂਟ ਦੀ ਪ੍ਰੋਸੀਡਿੰਗ ਸੀ, ਉਸ ਦਿਨ ਦੀ ਆਰਕਾਈਵ ਕੱਢ ਕੇ ਵੇਖੂਗਾ ਤਾਂ ਪਤਾ ਲੱਗੂਗਾ ਕਿ ਇੱਕ ਐਸਾ ਪ੍ਰੋਸੈਸ਼ਨ ਜਿਹੜਾ ਚੱਲਿਆ ਸੀਗਾ। ਸੋ ਦੈਟ ਇਜ਼ ਵਾਈ ਇਹ ਪੂਰਾ ਇੱਕ ਇੰਟਰਨੈਸ਼ਨਲ ਮੁੱਦਾ ਬਣ ਗਿਆ। ਸਿੱਖ ਡਾਇਸਪੋਰਾ ਨੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਅਹਿਮ ਕਿਰਦਾਰ ਨਿਭਾਇਆ ਆ, ਹੈ ਨਾ। ਬੇਸ਼ੱਕ ਕਿ ਸਾਨੂੰ ਇਹ ਵੀ ਡਰ ਰਹਿੰਦਾ ਕਿ ਜੇ ਆਪਾਂ ਜਦੋਂ ਇੰਡੀਆ ਜਾਣਾ, ਬਹੁਤ ਸਾਰੇ ਲੋਕਾਂ ਨੂੰ ਇਹ ਰਹਿੰਦਾ ਕਿ ਇੰਡੀਆ ਜਾਣਾ ਤਾਂ ਕੋਈ ਪ੍ਰੋਬਲਮ ਨਾ ਪੈ ਜੇ, ਬਟ ਫਿਰ ਵੀ ਉਹ ਜਿਹੜੀ ਇੱਕ ਨਿਡਰ ਹੋ ਕੇ ਉਹਨਾਂ ਨੇ ਉਸ ਚੀਜ਼ ਨੂੰ ਸਪੋਰਟ ਦਿੱਤੀ ਆ। ਸੋ ਇਸ ਕਰਕੇ ਇੰਟਰਨੈਸ਼ਨਲ ਉਹ ਬਣਨ ਦੇ ਵਿੱਚ ਕਾਮਯਾਬ ਹੋ ਗਿਆ। ਸ਼ਾਹੀਨ ਬਾਗ ਨਹੀਂ ਹੋ ਸਕਿਆ ਕਿਉਂਕਿ ਜਿਹੜੇ ਮੁਸਲਮਾਨ ਕੰਟਰੀ ਸੀਗੇ ਉਹ ਖੁੱਲ ਕੇ ਸਾਹਮਣੇ ਨਹੀਂ ਆਏ, ਹੈ ਨਾ, ਉਹ ਨਹੀਂ ਬੋਲ ਪਾਏ। ਉਹਦੇ ਵਿੱਚ ਕੁਝ ਇਕਨੋਮਿਕਲ ਬੈਨੀਫਿਟ ਦੀ ਗੱਲ ਵੀ ਹੋ ਸਕਦੀ ਆ, ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ, ਜਾਂ ਆਪਾਂ ਕਹਿ ਲਈਏ ਕਿ ਆਪਣੀ ਕੌਮ ਨੂੰ ਲੈ ਕੇ ਇੰਨੀ ਇਮਾਨਦਾਰੀ ਨਹੀਂ ਹੋਵੇਗੀ, ਜਾਂ ਹੋ ਸਕਦਾ ਕਿ ਉਹ ਸੋਚਦੇ ਹੋਣ ਵੀ ਜੋ ਵੀ ਹੋ ਰਿਹਾ ਠੀਕ ਹੀ ਹੋ ਰਿਹਾ। ਇਹ ਵੀ ਇੱਕ ਗੱਲ ਹੋ ਸਕਦੀ ਹੈ। ਸਾਨੂੰ ਲੱਗਦਾ ਕਿ ਸ਼ਾਇਦ ਨਹੀਂ ਠੀਕ ਹੋ ਰਿਹਾ, ਇਸ ਕਰਕੇ ਅਸੀਂ ਅੱਗੇ ਕੁੱਦੇ ਹਾਂ। ਬਿਲਕੁਲ। ਔਰ ਆਪਾਂ ਕਹਿ ਲਈਏ ਕਿ ਕਿਸਾਨੀ ਦਾ ਜਿਹੜਾ ਮੁੱਦਾ ਹੈਗਾ ਹੌਲੀ ਹੌਲੀ ਇੰਨਾ ਜ਼ਿਆਦਾ ਹੋ ਗਿਆ ਕਿ ਜਦੋਂ ਆਪਾਂ ਕਹਿ ਲਈਏ ਕਿ ਪਿਛਲੇ ਦਿਨੀ ਜਦੋਂ ਰਿਹਾਨਾ ਦਾ ਟਵੀਟ ਆਉਂਦਾ ਹੈ, ਫਿਰ ਉਸ ਤੋਂ ਬਾਅਦ ਬਾਕੀ ਹੋਰ ਜਿਹੜੀਆਂ ਆਪਾਂ ਕਹਿ ਲਈਏ ਕਿ ਸੈਲੀਬ੍ਰਿਟੀਜ਼ ਹੈਗੀਆਂ ਉਹ ਵੀ ਇਸ ਦੇ ਹੱਕ ਦੇ ਵਿੱਚ ਆ ਜਾਂਦੀਆਂ ਹੈ। ਤੇ ਭਾਰਤ ਵੱਲੋਂ ਈਵਨ ਕਿ ਭਾਰਤ ਦੇ ਮੰਤਰਾਲਿਆਂ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ ਕਿ ਇਹ ਸਾਡਾ ਅੰਦਰੂਨੀ ਜਿਹੜਾ ਮਾਮਲਾ ਹੈ, ਇਸ ਦੇ ਵਿੱਚ ਕਿਸੇ ਨੂੰ ਦਖਲ ਅੰਦਾਜ਼ੀ ਨਹੀਂ ਕਰਨ ਦਿੱਤੀ ਜਾਏਗੀ। ਔਰ ਉਸੇ ਹੀ ਆਪਾਂ ਕਹਿ ਲਈਏ ਕਿ ਤਹਿ ਦੇ ਉੱਤੇ ਜਿੰਨੇ ਜਿਹੜੇ ਕ੍ਰਿਕਟਰਸ ਹੈਗੇ ਆ ਉਹ ਸਾਹਮਣੇ ਆ ਗਏ, ਮਤਲਬ ਜੋ ਸਰਕਾਰ ਦੇ ਪੱਖ ਵਾਲੇ ਸੀ ਉਹ ਆਪਾਂ ਕਹਿ ਲਈਏ ਕਿ ਬਾਹਰ ਆ ਕੇ ਉਹਨਾਂ ਨੇ ਇੱਕਦਮ ਜਿਹੜਾ ਹਮਲਾ ਸੀ ਉਹ ਸ਼ੁਰੂ ਕਰ ਦਿੱਤਾ। ਭਾਵੇਂ ਕਿ ਜਦੋਂ ਆਪਾਂ ਉਸ ਟਵੀਟ ਦੀ ਪੜਤਾਲ ਕਰੀਏ ਤੇ ਉਹਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਇਹਦੇ ਬਾਰੇ ਕੋਈ ਕਿਉਂ ਨਹੀਂ ਬੋਲ ਰਿਹਾ, ਨਾ ਉਹਨੇ ਪੋਜ਼ਿਟਿਵ ਕਿਹਾ ਨਾ ਉਹਨੇ ਨੈਗੇਟਿਵ ਕਿਹਾ, ਔਰ ਉਹਨੂੰ ਪ੍ਰਚਾਰ ਇਹਨਾਂ ਦਿੱਤਾ ਗਿਆ, ਉਹ ਆਪਣੇ ਆਪ ਦੇ ਵਿੱਚ ਹੀ ਉਹ ਗੱਲ ਸਹੀ ਹੋ ਗਈ, ਪੋਜ਼ਿਟਿਵ ਬਣ ਗਿਆ। ਤੇ ਉਸ ਦੇ ਵਿੱਚ ਆਪਾਂ ਕਹੀ ਕਿ ਜਿਹੜੀ ਇੱਕ ਗੱਲ ਵੱਡੀ ਕਹੀ ਗਈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ। ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਇਹਦੇ ਵਿੱਚ ਨਾ ਜੌਨ ਕੈਨੇਡੀ ਦਾ ਇੱਕ ਬੜਾ ਸੋਹਣਾ ਕੋਟ ਹੈ, ਉਹ ਹੈਗਾ the rights of every man are diminished if the rights of one man are threatened। ਜੇ ਕਿਸੇ ਇੱਕ ਬੰਦੇ ਦੇ ਵੀ ਰਾਈਟਸ ਜਿਹੜੇ ਆ ਉਹ ਥ੍ਰੈਟਨ ਹੁੰਦੇ ਆ ਤਾਂ ਇਹ ਸਮਝ ਲਓ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਹਰ ਇੱਕ ਬੰਦੇ ਦੇ ਜਿਹੜੇ ਰਾਈਟਸ ਆ ਉਹ ਕਿਤੇ ਨਾ ਕਿਤੇ ਥੋੜੇ ਹੁੰਦੇ ਜਾਂਦੇ ਆ, ਹੈ ਨਾ। ਸੋ ਪਹਿਲੀ ਗੱਲ ਤਾਂ ਇਹ ਆ ਕਿ ਇਹ ਬੇਸਿਕ ਹਿਊਮਨ ਰਾਈਟਸ ਦਾ ਮੁੱਦਾ ਆ। ਹਿਊਮਨ ਰਾਈਟਸ ਕਿਸੇ ਵੀ ਬਾਉਂਡਰੀ ਦੇ ਮੁਹਤਾਜ ਨਹੀਂ ਹੁੰਦੇ। ਇਹ ਨਹੀਂ ਹੁੰਦਾ ਕਿ ਜੇ ਤੁਸੀਂ ਇੱਕ ਜਗ੍ਹਾ ਤੇ ਬੈਠੇ ਆ ਤੇ ਤੁਹਾਡੇ ਹਿਊਮਨ ਰਾਈਟਸ ਕੁਝ ਹੋਰ ਆ, ਕੋਈ ਹੋਰ ਜਗ੍ਹਾ ਤੇ ਬੈਠਾ ਉਹਦਾ ਹਿਊਮਨ ਰਾਈਟਸ ਕੁਝ ਹੋਰ ਆ। ਹਿਊਮਨ ਰਾਈਟਸ ਕਦੀ ਵੀ ਕਿਸੇ ਵੀ ਦੇਸ਼ ਦਾ ਇੰਟਰਨਲ ਮੈਟਰ ਨਹੀਂ ਹੁੰਦਾ, ਨਾ ਹੋਣਾ ਚਾਹੀਦਾ ਆ। I am a human being and I belong to this global village called world, ਹੈ ਨਾ। ਤੇ ਉਹਦੇ ਵਿੱਚ ਜੇ ਅਗਰ ਜਾਰਜ ਫਲੋਇਡ ਜਿਹੜੇ ਆ, ਜਦੋਂ ਉਹਦੀ ਡੈਥ ਹੁੰਦੀ ਆ ਐਂਡ ਬਲੈਕ ਲਾਈਵਸ ਮੈਟਰ ਦੀ ਇੱਕ ਗੱਲ ਚੱਲਦੀ ਆ, ਹੋਈ ਡੈਥ ਅਮਰੀਕਾ ਦੇ ਵਿੱਚ ਤੇ ਆਪਾਂ UK ਦੇ ਵਿੱਚ ਵੀ ਦੇਖਿਆ ਕਿ ਲੋਕਾਂ ਨੇ ਕਾਰਾਂ ਪਿੱਛੇ ਲਗਾਇਆ ਹੋਇਆ ਸੀਗਾ, ਹੈ ਨਾ। ਉਹ ਕੀ ਸੀ?
ਨਾ ਤਾਂ ਉਹ ਅਮਰੀਕਾ ਦੇ ਕਿਸੇ ਇੰਟਰਨਲ ਮੁੱਦੇ ਦੇ ਵਿੱਚ ਕੋਈ ਦਖਲਅੰਦਾਜ਼ੀ ਹੋ ਰਹੀ ਸੀਗੀ, ਨਾ ਉਹ ਕਿਸੇ ਤਰੀਕੇ ਨਾਲ ਕੋਈ ਕਿਸੇ ਦੀ ਸਿਕਿਉਰਿਟੀ ਥ੍ਰੈਟ, ਕੁਝ ਨਹੀਂ ਸੀਗਾ। that was only a concern for basic human rights, that is it, ਹੈ ਨਾ। ਤਾਂ ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜਾ ਮੁੱਦਾ ਹੈ ਇਹ ਹਿਊਮਨ ਰਾਈਟਸ ਦਾ ਮੁੱਦਾ ਹੈ, ਕਿਸੇ ਦੇਸ਼ ਦਾ ਅੰਦਰੂਨੀ ਮੁੱਦੇ ਦੇ ਉੱਤੇ ਗੱਲ ਨਹੀਂ ਕਰ ਰਿਹਾ। ਉਹ ਨਾ ਰਿਹਾਨਾ, ਨਾ ਗ੍ਰੇਟਾ ਥਨਬਰਗ, ਨਾ ਕੋਈ ਵੀ ਉਹ ਇਹ ਨਹੀਂ ਕਹਿ ਰਹੇ ਕਿ ਇਹ ਲਾਜ਼ ਠੀਕ ਹੈ ਜਾਂ ਗਲਤ ਹੈ ਜੀ। ਉਹ ਇਹ ਕਹਿ ਰਹੇ ਆ ਕਿ ਜਿਸ ਤਰੀਕੇ ਨਾਲ ਉਹ ਆਪਣਾ ਪ੍ਰੋਟੈਸਟ ਕਰ ਰਹੇ ਆ, ਐਂਡ ਪ੍ਰੋਟੈਸਟ ਕਰਨਾ ਹਰ ਕਿਸੇ ਦਾ ਹਿਊਮਨ ਰਾਈਟ ਆ, ਇੱਕ ਰਾਈਟ ਆ ਉਹਨਾਂ ਦਾ, ਹੈ ਨਾ। ਤੁਸੀਂ ਡੈਮੋਕ੍ਰੇਸੀ ਦੇ ਵਿੱਚ ਹੋ ਤੇ ਅਗਰ ਉਹ ਪ੍ਰੋਟੈਸਟ ਕਰ ਰਹੇ ਆ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ, ਦੈਟ ਇਜ਼ ਇਟ। ਇੰਨੀ ਗੱਲ ਉਹ ਕਹਿ ਰਹੇ ਹੈ ਨਾ। ਉਹ ਲਾਜ਼ ਵੱਲ ਤਾਂ ਜਾ ਹੀ ਨਹੀਂ ਰਹੇ, ਔਰ ਉਸ ਤੋਂ ਬਾਅਦ ਤੁਸੀਂ ਬਜ਼ੁਰਗਾਂ ਦੇ ਉੱਤੇ, ਬੱਚਿਆਂ ਦੇ ਉੱਤੇ ਤੁਸੀਂ ਪਾਣੀ ਦੀਆਂ ਬੌਛਾੜਾਂ ਮਾਰ ਰਹੇ ਆ, ਤੁਸੀਂ ਆਪਣੇ ਹੀ ਦੇਸ਼ ਦੀਆਂ ਜਿਹੜੀਆਂ ਸੜਕਾਂ ਉਹ ਪੁੱਟ ਰਹੇ ਆ। ਤਾਂ ਬੇਸਿਕਲੀ ਇਹ ਹਿਊਮਨ ਰਾਈਟਸ ਦਾ ਮੁੱਦਾ ਬਣ ਜਾਂਦਾ ਆ। ਇੱਕ ਬੱਚਾ ਜਿਹੜਾ ਰਣਜੀਤ ਸਿੰਘ ਜੀ ਦੇ ਉਹਨਾਂ ਨੇ ਮੂੰਹ ਦੇ ਉੱਤੇ ਪੈਰ ਰੱਖਿਆ ਹੋਇਆ ਪੁਲਿਸ ਵਾਲੇ ਨੇ, ਜਿਹੜੀ ਫੋਟੋ ਵਾਇਰਲ ਹੋਈ ਆ, ਉਹ ਸਿਰਫ ਰਣਜੀਤ ਸਿੰਘ ਇੱਕ ਮਾਂ ਦਾ ਬੱਚਾ ਥੋੜੀ ਆ, ਉਹ ਕਿਸੇ ਦਾ ਵੀ ਹੋ ਸਕਦਾ ਸੀਗਾ। ਉਹ ਅਗਰ ਅੱਜ ਰਣਜੀਤ ਸਿੰਘ ਦੇ ਉੱਤੇ ਕੋਈ ਨਹੀਂ ਬੋਲੂਗਾ, ਕੱਲ ਨੂੰ ਹੋ ਸਕਦਾ ਕਿਸੇ ਅਫਰੀਕਨ ਕਮਿਊਨਿਟੀ ਦੇ ਕਿਸੇ ਬੰਦੇ ਨਾਲ ਅਮਰੀਕਾ 'ਚ ਦੁਬਾਰਾ ਇੰਜ ਹੋ ਜੇ, ਜਾਂ ਕਿਸੇ ਮਤਲਬ ਤੁਸੀਂ ਇਦਾਂ ਹੋ ਸਕਦਾ ਨਾ ਕਿ ਜੇ ਤੁਸੀਂ ਹੁਣ ਨਹੀਂ ਰੋਕੋਗੇ, ਮਤਲਬ ਜੇ ਆਪਾਂ ਕਹਿ ਲਈਏ ਕਿ ਸਾਡੇ ਗਵਾਂਢੀ ਦੇ ਮਸਲਾ ਪਿਆ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਤੇ ਉਹ ਮਸਲਾ ਕੱਲ ਨੂੰ ਸਾਡੇ ਉੱਤੇ ਵੀ ਆਏਗਾ ਜੀ। ਔਰ ਜੇ ਫਿਰ ਅਸੀਂ ਉਦੋਂ ਬੋਲਾਂਗੇ ਤਾਂ ਫਿਰ ਇਹੀ ਗੱਲ ਆਊਗੀ ਕਿ ਤੁਸੀਂ ਸਾਡੇ ਵਿੱਚ ਨਹੀਂ ਬੋਲ ਸਕਦੇ ਜੀ, ਹੈ ਨਾ। ਫਿਰ ਅਮਰੀਕਾ ਕਹੂਗਾ ਤੁਸੀਂ ਸਾਡੇ 'ਚ ਨਹੀਂ ਬੋਲ ਸਕਦੇ, ਇੰਗਲੈਂਡ ਕਹੂਗਾ ਤੁਸੀਂ ਸਾਡੇ 'ਚ ਨਹੀਂ ਬੋਲ ਸਕਦੇ, ਔਰ ਹੌਲੀ ਹੌਲੀ ਇਹ ਚੀਜ਼ਾਂ ਸੁੰਗੜ ਦੀਆਂ ਇੱਕ ਕਨਸਟੀਟੂਐਂਸੀ ਤੱਕ ਪਹੁੰਚ ਜਾਣਗੀਆਂ। ਫਿਰ ਕਦੇ ਕਨਸਟੀਟੂਐਂਸੀ ਵਿੱਚ ਹੋਊਗਾ ਤੇ ਅਗਲਾ ਕਹੂਗਾ ਕਿ ਇਹਦੇ 'ਚ ਵੀ ਥੋੜਾ ਆਪਾਂ ਕਹਿ ਲਈ ਕਿ ਦੋਗਲੀ ਗੱਲ ਹੈਗੀ ਆ, ਕਿਉਂਕਿ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉੱਥੇ ਜਾ ਕੇ ਕਹਿੰਦੇ ਨੇ ਕਿ ਅਬ ਕੀ ਬਾਰ ਟਰੰਪ ਸਰਕਾਰ। ਹੁਣ ਇਹਦੇ 'ਚ ਕੀ ਆ, ਉਹਨਾਂ ਦੀ ਇੰਟਰਨਲ ਮੁੱਦਿਆਂ ਤੇ ਨਹੀਂ ਹੈਗਾ। ਫਿਰ ਜਦੋਂ ਯੂਕੇ ਇਲੈਕਸ਼ਨ ਹੁੰਦੇ ਨੇ ਤੇ ਉਹਨਾਂ ਦੀ ਹੀ ਇੱਕ ਜਿਹੜੀ ਇੱਥੇ ਪਾਰਟੀ ਹੈਗੀ ਆ, ਉਹ ਇੱਥੇ ਆ ਕੇ ਇਹ ਗੱਲ ਕਹਿੰਦੀ ਹੈਗੀ ਆ ਕਿ ਜੇ ਅਸੀਂ ਜਿਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਤੇ ਨਹੀਂ ਦਿੱਤਾ ਉਹਨਾਂ ਨੂੰ ਤੁਸੀਂ ਐਮਪੀ ਨਹੀਂ ਬਣਾਉਣਾ ਜਾਂ ਵੋਟਸ ਨਹੀਂ ਦੇਣੀ। ਔਨ ਰਿਕਾਰਡ ਅਖਬਾਰਾਂ 'ਚ ਛਪਿਆ ਹੋਇਆ। ਬਿਲਕੁਲ ਬਿਲਕੁਲ। ਬੇਸਿਕਲੀ ਕੀ ਹੈ ਨਾ ਕਿ ਮੋਦੀ ਸਾਹਿਬ ਹੋ ਗਏ, ਉਹਨਾਂ ਦੀ ਪਾਰਟੀ ਹੋ ਗਈ, ਉਹ ਸੁਪਰ ਹਿਊਮਨਸ ਆ ਜੀ, ਹੈ ਨਾ। ਉਹ ਆਪਣੇ ਆਪ ਨੂੰ ਇਨਸਾਨੀ ਤਬਕੇ ਦੇ ਮੰਨਦੇ ਨਹੀਂ ਤੇ ਦੇਵੀ ਦੇਵਤੇ ਆ, ਉਹ ਕੁਝ ਮਰਜ਼ੀ ਕਰ ਸਕਦੇ ਆ। ਬਾਕੀ ਜਿਹੜੀ ਦੁਨੀਆ ਹੈ ਨਾ, ਉਹ ਵਿਚਾਰੇ ਦੇਵੀ ਦੇਵਤਿਆਂ ਦੇ ਲਾਈਨ 'ਚ ਨਹੀਂ ਆਉਂਦੇ, ਇਸ ਕਰਕੇ ਉਹ ਕੁਝ ਵੀ ਨਹੀਂ ਕਰ ਸਕਦੇ। ਬੇਸਿਕਲੀ ਗੱਲ ਇਹ ਆ। ਦੂਸਰੀ ਇੱਕ ਜਿਹੜੀ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਨਾ ਜਿਹੜੀ ਇੱਕ ਫੈਕਚੁਅਲ ਗੱਲ ਆ ਉਹ ਲੈ ਕੇ ਆਉਂਗੀ। ਜਿਹੜੀ ਗੱਲ ਤੁਸੀਂ ਕਹੀ ਉਹ ਤਾਂ ਬਹੁਤ ਪਤੇ ਦੀ ਗੱਲ ਹੈਗੀ ਆ ਕਿ ਤੁਸੀਂ ਆਪ ਹਰ ਇੱਕ ਦੇਸ਼ ਦੀਆਂ ਜਿਹੜੀਆਂ ਇਲੈਕਸ਼ਨਸ ਆ, ਜੋ ਕਿ ਉਸ ਦੇਸ਼ ਦਾ ਟੋਟਲੀ ਇੰਟਰਨਲ ਮੈਟਰ ਹੁੰਦਾ ਆ, ਹੈ ਨਾ, ਤੁਸੀਂ ਉਹਦੇ ਵਿੱਚ ਵੀ ਜਾ ਕੇ ਤੇ ਇੰਟਰਵੀਨ ਕਰਦੇ ਆ, ਔਰ ਲੋਕ ਤੁਹਾਡੇ ਜਦੋਂ ਤੁਸੀਂ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰ ਰਹੇ ਆ ਉਹ ਵੀ ਨਾ ਬੋਲਣ। ਇੱਕ ਗੱਲ ਹੋਰ ਆ, ਜਦੋਂ ਅੱਜ ਮੋਦੀ ਸਾਹਿਬ ਕਹਿ ਰਹੇ ਨਾ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ, ਦੈਟ ਇਜ਼ FDI ਦੀ ਉਹ ਗੱਲ ਕਰ ਰਹੇ ਆ। ਜਦੋਂ ਤੁਸੀਂ FDI ਲੈ ਕੇ ਆਉਂਦੇ ਆ ਨਾ, ਤਾਂ ਇਹ ਗੱਲ ਸਮਝ ਲਓ ਕਿ ਜਿਹੜਾ ਬੰਦਾ ਤੁਹਾਡੇ ਦੇਸ਼ ਦੇ ਵਿੱਚ ਇਨਵੈਸਟ ਕਰ ਰਿਹਾ ਆ, ਉਸ ਬੰਦੇ ਨੂੰ ਬੋਲਣ ਦਾ ਪੂਰਾ ਪੂਰਾ ਹੱਕ ਆ। ਹੁਣ ਉਹ ਬੋਲਣ ਦਾ ਉਸ ਬੰਦੇ ਦਾ ਮਤਲਬ ਇਹ ਨਹੀਂ ਕਿ ਜੇ ਬਿਲ ਗੇਟਸ ਕਰ ਰਿਹਾ ਤਾਂ ਸਿਰਫ ਬਿਲ ਗੇਟਸ ਦਾ ਹੱਕ ਹੋ ਗਿਆ, ਕਿਉਂਕਿ ਬਿਲ ਗੇਟਸ ਦੇ ਵੀ ਪੈਸੇ ਆਪਣੇ ਨਹੀਂ ਹੈਗੇ, ਉਹ ਵੀ ਟੈਕਸ ਪੇਅਰ ਦਾ ਪੈਸਾ ਆ। ਤਾਂ ਬਿਲ ਗੇਟਸ ਨਾਲ ਪੂਰਾ ਅਮਰੀਕਾ ਆ ਜਾਂਦਾ ਆ, ਠੀਕ ਆ। ਇਸੇ ਤਰੀਕੇ ਨਾਲ ਜਿਹੜੇ UK ਦੇ ਵਿੱਚੋਂ ਜਾ ਕੇ ਉੱਥੇ ਇਨਵੈਸਟਮੈਂਟ ਕਰਨਗੇ ਤਾਂ ਪੂਰਾ UK ਆ ਜਾਂਦਾ ਆ। ਇਸ ਟਾਈਮ ਦੇ ਉੱਤੇ ਅਸੀਂ ਦੇਸ਼ਾਂ 'ਚ ਨਹੀਂ ਰਹਿ ਰਹੇ, ਅਸੀਂ ਗਲੋਬਲ ਸਿਟੀਜ਼ਨਸ ਆ, ਹੈ ਨਾ, ਕਿਉਂਕਿ ਗਲੋਬਲਾਈਜੇਸ਼ਨ ਦਾ ਮਤਲਬ ਹੀ ਇਹ ਹੈ ਕਿ ਅਸੀਂ ਗਲੋਬਲ ਸਿਟੀਜ਼ਨਸ ਆ। ਹਰ ਇੱਕ ਬੰਦਾ ਇੱਕ ਦੂਜੇ ਨਾਲ ਕਨੈਕਟਡ ਆ, ਹੈ ਨਾ। ਤੇ ਇਸ ਕਰਕੇ ਇਹ ਵੀ ਇਹ ਬੜਾ ਇੰਪੋਰਟੈਂਟ ਆ। ਇਹ ਸਮਝ ਲੈਣਾ ਚਾਹੀਦਾ ਹੁਣ ਸਰਕਾਰਾਂ ਨੂੰ ਕਿ ਇੰਟਰਨਲ ਮੈਟਰ ਕੁਝ ਨਹੀਂ ਰਹਿ ਗਏ, ਪੂਰੀ ਦੁਨੀਆ ਇੱਕ ਦੂਜੇ ਨਾਲ ਬੰਨੀ ਹੋਈ ਆ। ਤੁਸੀਂ ਜਿਹਨੂੰ ਨਹੀਂ ਇੰਟਰਵੀਨ ਕਰ ਸਕਦੇ, ਤੁਸੀਂ ਇਲੈਕਸ਼ਨਾਂ ਵਿੱਚ ਇੰਟਰਵੀਨ ਨਹੀਂ ਕਰ ਸਕਦੇ। ਉਹ ਤੁਹਾਡਾ ਇੱਕ ਇੰਟਰਨਲ ਮੁੱਦਾ ਹੈ ਨਾ, ਕਿਉਂਕਿ ਮੈਨੂੰ ਪਤਾ ਕਿ ਮੇਰੇ ਕਨਸਟੀਟੂਐਂਸੀ ਵਾਸਤੇ ਮੈਨੂੰ ਮੇਰਾ ਮੇਅਰ ਕਿਹੜਾ ਚਾਹੀਦਾ ਆ। ਮਤਲਬ ਕਿਉਂਕਿ ਇੱਥੇ ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਉਹਨਾਂ ਲੋਕਾਂ ਨੇ ਜਿਹੜਾ ਹੈਗਾ ਉਹਨਾਂ ਨੇ ਕਿਸਾਨੀ ਅੰਦੋਲਨ ਜਾਂ ਜਿਹੜਾ ਲਾਅ ਪਾਸ ਹੋਇਆ ਉਹਦੇ 'ਚ ਇੰਟਰਵੀਨ ਨਹੀਂ ਕੀਤਾ। ਉਹਨਾਂ ਨੇ ਗੱਲ ਕੀਤੀ ਹੈਗੀ ਹਿਊਮਨ ਰਾਈਟਸ ਦੀ, ਕਿ ਤੁਸੀਂ ਇਦਾਂ ਘਾਣ ਨਹੀਂ ਕਰ ਸਕਦੇ, ਤੁਸੀਂ ਲੋਕਾਂ ਦੇ ਉੱਤੇ ਜ਼ੁਲਮ ਨਹੀਂ ਕਰ ਸਕਦੇ, ਇੰਨੀ ਵੱਡੀ ਬੈਰੀਕੇਡਿੰਗ ਕਰਕੇ ਜਾਂ ਪਾਣੀ ਦੀਆਂ ਬੌਛਾੜਾਂ ਨਹੀਂ ਮਾਰ ਸਕਦੇ, ਉਹਨਾਂ ਦੇ ਹਮਲੇ ਨਹੀਂ ਇਸ ਤਰੀਕੇ ਨਾਲ ਕਰ ਸਕਦੇ ਜਿਹੜੇ ਕਿ ਤੁਹਾਡੇ ਆਪਣੇ ਸਿਟੀਜ਼ਨ ਹੈਗੇ ਨੇ। ਜੀ ਬਿਲਕੁਲ, ਉਹੀ ਮੈਂ ਦੁਬਾਰਾ ਉਸੇ ਗੱਲ ਦੇ ਉੱਤੇ ਆਉਂਗੀ। ਦੇਖੋ ਅੱਜ ਅਗਰ ਕੋਈ, ਮੈਂ ਫਿਰ ਉਸੇ ਗੱਲ ਨੂੰ ਰਿਪੀਟ ਕਰਦੀ ਹਾਂ ਆਪਣੀ ਨੂੰ, ਕਿ ਕੋਈ ਰਣਜੀਤ ਸਿੰਘ ਦੀ ਮੂੰਹ ਦੇ ਉੱਤੇ ਪੈਰ ਰੱਖ ਕੇ ਇੱਕ ਪੁਲਿਸ ਵਾਲਾ ਖੜਾ ਆ ਇੰਡੀਆ ਦੇ ਵਿੱਚ, ਅਮਰੀਕਾ ਦਾ ਬੰਦਾ ਨਹੀਂ ਬੋਲੂਗਾ, UK ਦਾ ਬੰਦਾ ਨਹੀਂ ਬੋਲੂਗਾ, ਕਿਉਂਕਿ ਉਹਨਾਂ ਦਾ ਇੰਟਰਨਲ ਮੈਟਰ ਆ। ਕੱਲ ਨੂੰ ਅਮਰੀਕਾ ਦੇ ਵਿੱਚ ਕੁਝ ਹੋਊਗਾ, ਫਿਰ ਇੰਡੀਆ ਵੀ ਨਹੀਂ ਬੋਲ ਸਕਦਾ। ਉਸ ਤੋਂ ਬਾਅਦ ਹੌਲੀ ਹੌਲੀ ਇਹ ਸੁੰਗੜ ਜੋ ਜਿੱਥੋਂ ਮੈਂ ਸ਼ੁਰੂ ਕੀਤਾ ਆ ਕਿ ਜਦੋਂ ਕਿਸੇ ਦੇ ਹਿਊਮਨ ਰਾਈਟ, ਕਿਸੇ ਇੱਕ ਬੰਦੇ ਦਾ ਹਿਊਮਨ ਰਾਈਟ ਥ੍ਰੈਟਨ ਹੁੰਦਾ ਨਾ, ਤਾਂ ਸਮਝੋ ਕਿ ਬਾਕੀ ਸਾਰਿਆਂ ਦੇ ਛੋਟੇ ਹੁੰਦੇ ਜਾ ਰਹੇ ਆ।
ਤੇ ਫਿਰ ਕੱਲ ਨੂੰ ਕਹਿਣਗੇ ਕਿ ਤੁਸੀਂ ਆਪਣੇ ਮਹੱਲੇ ਦੀ ਗੱਲ ਕਰੋ, ਇਹ ਸਾਡਾ ਮਹੱਲਾ ਹੈ, ਸਾਡੇ ਮਹੱਲੇ ਦੀ ਇੰਟਰਨਲ ਗੱਲ ਆ। ਫਿਰ ਇਹ ਹੋ ਜਾਊਗਾ ਕਿ ਜਦੋਂ ਡੋਮੈਸਟਿਕ ਵਾਇਲੈਂਸ ਦੀ ਗੱਲ ਆਪਾਂ ਕਰਦੇ ਆ ਲੇਡੀਜ਼ ਦੇ ਉੱਪਰ, ਕਹਿ ਸਕਦੇ ਸਾਡੇ ਘਰ ਦੀ ਗੱਲ ਉਹ ਹੁਣ ਅਗਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਵਾਈਫ ਨੂੰ ਕੁੱਟ ਰਿਹਾ, ਤੁਸੀਂ ਜਾ ਕੇ ਉਹਨੂੰ ਪੁੱਛੋਗੇ ਵੀ ਨਹੀਂ, ਕਿਉਂਕਿ ਉਹਦੇ ਘਰ ਦਾ ਮਸਲਾ। ਇੰਜ ਨਹੀਂ ਹੁੰਦਾ। ਹਿਊਮਨ ਰਾਈਟਸ ਆਲ ਓਵਰ ਦ ਵਰਲਡ ਸੇਮ ਆ, ਔਰ ਉਹਨੂੰ ਕੋਈ ਵੀ ਬੰਦਾ ਕਿਸੇ ਵੀ ਜਗ੍ਹਾ ਦੇ ਉੱਤੇ ਬੈਠਾ ਉਹਦੀ ਪ੍ਰੋਟੈਕਸ਼ਨ ਵਾਸਤੇ ਆਵਾਜ਼ ਚੁੱਕ ਸਕਦਾ ਆ, ਹੈ ਨਾ। ਤਾਂ ਇਹ ਦੋ ਗੱਲਾਂ ਡਿਫਰੈਂਟ ਆ, ਇਹਨਾਂ ਨੂੰ ਮਿਲਾਇਆ ਨਾ ਜਾਵੇ। ਫਾਰਮ ਬਿਲਸ ਦੀ ਗੱਲ ਹੋਰ ਆ, ਹਿਊਮਨ ਰਾਈਟਸ ਦੀ ਗੱਲ ਹੋਰ। ਮਤਲਬ ਜਿਹੜਾ ਇੱਕ ਨੈਰੇਟਿਵ ਜਿਹੜਾ ਹੈ ਪੂਰੇ ਮੀਡੀਆ ਵੱਲੋਂ ਕਹਿ ਲਈਏ ਕਿ ਸਿਰਜਿਆ ਜਾ ਰਿਹਾ ਕਿ ਸਾਡਾ ਜੀ ਅੰਦਰੂਨੀ ਮਾਮਲਾ ਹੈਗਾ। ਹਿਊਮਨ ਰਾਈਟਸ ਜਿਹੜਾ ਅੰਦਰੂਨੀ ਮਾਮਲਾ ਨਹੀਂ, ਔਰ ਇਹ ਜਿੰਨੇ ਵੀ ਲੋਕ ਨੇ ਇਹ ਬਿੱਲਾਂ ਨੂੰ ਲੈ ਕੇ ਨਹੀਂ ਕਰ ਰਹੇ, ਇਹ ਜੋ ਉੱਥੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਉਸ ਨੂੰ ਲੈ ਕੇ ਗੱਲ ਰਹੇ ਆ, ਤਾਂ ਕਿ ਇਹਦਾ ਥੋੜਾ ਗੱਲ ਦਾ ਕਲੀਅਰ ਕਰਨਾ ਜਿਹੜਾ ਉਹ ਜ਼ਰੂਰ ਬਣਦਾ ਸੀ। ਤੇ ਹੁਣ ਆਪਾਂ ਆਉਂਦੇ ਹੈਗੇ ਆ ਕਿ ਕੀ ਜਿਸ ਆਪਾਂ ਕਹਿ ਲਈਏ ਕਿ ਭਾਰਤ ਆਪਣੇ ਆਪ ਦੇ ਵਿੱਚ ਇੱਕ ਵੱਡੀ ਇਕਨੋਮੀ ਹੈ, ਬਹੁਤ ਸਾਰੇ ਜਿੰਨੇ ਵੀ ਜਿਹੜੇ ਮੁਲਕ ਹੈਗੇ ਨੇ ਉਹਨਾਂ ਦੇ ਕਿਤੇ ਨਾ ਕਿਤੇ ਟ੍ਰੇਡਿੰਗ ਸੰਬੰਧ ਜਿਹੜੇ ਨੇ ਭਾਰਤ ਦੇ ਨਾਲ ਜੁੜੇ ਹੋਏ ਨੇ। ਫਾਰਮ ਪ੍ਰੋਟੈਸਟ ਨੂੰ ਲੈ ਕੇ ਜੋ ਬਾਹਰਲੇ ਲੋਕ ਬੋਲ ਰਹੇ ਨੇ, ਕੀ ਇਸ ਦਾ ਸਰਕਾਰ ਦੇ ਉੱਤੇ ਕੋਈ ਪ੍ਰੈਸ਼ਰ ਪਏਗਾ? ਦੇਖੋ, ਸਰਕਾਰ ਦੇ ਉੱਤੇ ਪ੍ਰੈਸ਼ਰ ਮੰਨਣ ਵਾਲੀ ਗੱਲ ਹੁੰਦੀ ਆ, ਹੈ ਨਾ। ਔਰ ਕੋਈ ਕਹਿੰਦਾ ਵੀ ਹੁੰਦਾ ਕਿ ਸ਼ਰਮ ਆਉਂਦੀ ਤਾਂ ਹੈਗੀ ਪਰ ਆਪਾਂ ਮੰਨਦੇ ਨਹੀਂ, ਹੈ ਨਾ। ਹੁਣ ਉੱਥੇ ਆਪੋਜੀਸ਼ਨ ਹੀ ਇਹ ਗੱਲ ਬਾਰ-ਬਾਰ ਕਹਿ ਰਹੀ ਹੈ। ਰਾਹੁਲ ਗਾਂਧੀ ਦੇ ਆਪਣੇ ਬਿਆਨ ਨੇ, ਕਿੰਨੀ ਵਾਰ ਉਹਨਾਂ ਨੇ ਕਹਿ ਚੁੱਕੀ ਆ ਸਾਰੀ ਆਪੋਜੀਸ਼ਨ ਕਿ ਇੰਡੀਆ ਦੀ ਜਿਹੜੀ ਛਵੀ ਹੈ ਨਾ ਆਲ ਓਵਰ ਦ ਵਰਲਡ, ਉਹ ਬਹੁਤ ਹੈਂਪਰ ਹੋ ਰਹੀ ਆ। ਕਿਉਂਕਿ ਇੰਨੇ ਲੰਬੇ ਸਮੇਂ ਤੋਂ, ਦੇਖੋ ਦੋ ਤਿੰਨ ਗੱਲਾਂ ਆ। ਇੱਕ ਤਾਂ ਇਹ ਆ ਕਿ ਜਦੋਂ ਇੱਕ ਪ੍ਰੋਟੈਸਟ ਇੰਨੇ ਲੰਬੇ ਸਮੇਂ ਤੋਂ ਇੰਨੀ ਮਾਸ ਮੂਵਮੈਂਟ ਦੇ ਲੈਵਲ ਦੇ ਉੱਪਰ ਚੱਲ ਰਿਹਾ ਆ, ਤੁਸੀਂ ਉਹਨੂੰ ਸੋਲਵ ਨਹੀਂ ਕਰ ਪਾ ਰਹੇ, ਇਹ ਕਿਤੇ ਨਾ ਕਿਤੇ ਸਰਕਾਰ ਦੀ ਇਨਕੰਪੀਟੈਂਸੀ ਵੀ ਨਜ਼ਰ ਆਉਂਦੀ ਆ, ਰਾਈਟ। ਇਹਦੇ ਨਾਲ ਇੱਕ ਗੱਲ ਹੋਰ ਜਾਊਗੀ, ਜਦੋਂ ਕੋਈ ਵੀ ਬਾਹਰਲਾ ਜਿਹੜਾ ਮੁਲਕ ਦਾ ਬੰਦਾ ਉੱਥੇ ਜਾ ਕੇ ਆਪਣੀ ਕੋਈ ਇਨਵੈਸਟਮੈਂਟ ਕਰਨ ਬਾਰੇ ਸੋਚੂਗਾ ਤੇ ਉਹਦੇ ਦਿਮਾਗ 'ਚ ਗੱਲ ਆਊਗੀ ਕਿ ਅਗਰ ਕੱਲ ਨੂੰ ਇਹੋ ਜੀ ਅਪਰਾਈਜ਼ਿੰਗ ਫੇਅਰ ਹੋ ਗਈ ਤੇ ਸਰਕਾਰ ਤਾਂ ਇਨਕੰਪੀਟੈਂਟ ਆ, ਉਹ ਤਾਂ ਕਰ ਨਹੀਂ ਸਕੂਗੀ, ਮੇਰਾ ਪੈਸਾ ਕਿੱਥੇ ਜਾਊਗਾ। ਸੋ ਉਹਦੇ ਨਾਲ ਇੱਕ ਇਕਨੋਮਿਕ ਥ੍ਰੈਟ ਵੀ ਹੈਗਾ। ਪਰ ਗਵਰਨਮੈਂਟ ਜਿਹੜੀ ਹੈ ਨਾ ਉੱਥੇ, ਇੱਕ ਗੱਲ ਇਹ ਸਮਝ ਲਈਏ, ਮੈਂ ਅਕਸਰ ਇਹ ਗੱਲ ਕਹਿੰਦੀ ਹੁੰਦੀ ਆ ਕਿ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਗਵਰਨਮੈਂਟਲ ਆਫਿਸਿਸ ਦੇ ਵਿੱਚ ਬੈਠ ਕੇ ਨਹੀਂ ਚੱਲ ਰਹੀ ਅੱਜ ਕੱਲ, ਉਹ ਟਵਿੱਟਰ ਦੇ ਉੱਤੇ ਚੱਲ ਰਹੀ ਆ, ਉਹ ਫੇਸਬੁੱਕ ਦੇ ਉੱਤੇ ਚੱਲ ਰਹੀ ਆ। ਦ ਮੋਮੈਂਟ ਬਾਹਰੋਂ ਲੋਕਾਂ ਨੇ ਆਪਣੇ, ਚਾਹੇ ਉਹ ਗ੍ਰੇਟਾ ਥਨਬਰਗ ਸੀ ਜਾਂ ਮੀਨਾ ਹੈਰਿਸ ਜਾਂ ਰਿਹਾਨਾ, ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਜਦੋਂ ਉਹਨਾਂ ਨੇ ਇੱਕ ਟਵੀਟ ਕੀਤਾ ਐਂਡ ਵੈਰੀ ਨੈਕਸਟ ਮੋਮੈਂਟ ਫਿਲਮ ਇੰਡਸਟਰੀ ਆ ਗਈ। ਰਿਹਾਨਾ ਨੇ ਟਵੀਟ ਕੀਤਾ, ਬਾਲੀਵੁੱਡ ਇੰਡਸਟਰੀ ਜਾਗ ਪਈ। ਇਧਰੋਂ ਕੋਈ ਫੁੱਟਬਾਲਰ ਆ, ਉਹਨਾਂ ਨੇ ਟਵੀਟ ਕੀਤਾ ਤਾਂ ਉਧਰ ਪੂਰੇ ਕ੍ਰਿਕਟਰ ਜਾਗ ਪਏ। ਸੋ ਬੇਸਿਕਲੀ ਉਹਨੂੰ ਗਵਰਨਮੈਂਟਲ ਬੇਸਿਸ ਦੇ ਉੱਪਰ ਤਾਂ ਸੋਲਵ ਕਰਨ ਦੀ ਗੱਲ ਹੀ ਨਹੀਂ ਕਰ ਰਹੇ, ਹੈ ਨਾ। ਪਰ ਇਹ ਕਿਤੇ ਨਾ ਕਿਤੇ ਇੰਡੀਆ ਦੀ ਜਿਹੜੀ ਇੱਕ ਛਵੀ ਆ, ਇੱਕ ਤਾਂ ਉਹ ਇੱਕ ਪੀਸਫੁਲ ਔਰ ਡੈਮੋਕ੍ਰੈਟਿਕ ਕੰਟਰੀ ਵਜੋਂ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਆ। ਦੂਸਰਾ, ਜਿਹੜੀ ਆਲ ਓਵਰ ਦ ਵਰਲਡ ਜਿਸ ਤਰੀਕੇ ਨਾਲ ਇਹ ਟ੍ਰੀਟ ਕਰ ਰਹੇ ਆ ਲੋਕਾਂ ਨੂੰ, ਜਿਹੜੇ ਆਵਾਜ਼ ਚੱਕ ਰਹੇ ਆ। ਗ੍ਰੇਟਾ ਥਨਬਰਗ ਨੇ ਕੁਝ ਟਵੀਟ ਕਰ ਦਿੱਤਾ ਔਰ ਮੀਨਾ ਹੈਰਿਸ, ਰਿਹਾਨਾ, ਉਹਨਾਂ ਦੇ ਪੁਤਲੇ ਫੂਕਣੇ ਸ਼ੁਰੂ ਕਰ ਦਿੱਤੇ। ਐਂਡ ਡਸਨਟ ਮੇਕ ਐਨੀ ਸੈਂਸ। ਔਰ ਉਹਦੀਆਂ ਜਦੋਂ ਫੋਟੋਆਂ ਵਾਇਰਲ ਹੁੰਦੀਆਂ ਨੇ ਤੇ ਈਵਨ ਕਿ ਬਾਹਰਲੀ ਜਾਂ ਯੂਰਪ ਦੇ ਵਿੱਚ ਜਾਂ US ਦੇ ਵਿੱਚ ਕਿੱਦਾਂ ਲੋਕ ਲੈਂਦੇ ਹੈਗੇ ਨੇ ਭਾਰਤ ਦੇ ਲੋਕਾਂ ਨੂੰ। ਮੀਨਾ ਹੈਰਿਸ ਨੇ ਇੱਕ ਗੱਲ ਲਿਖੀ ਉਹਦੇ ਵਿੱਚ, ਜਦੋਂ ਉਹਦੀ ਫੋਟੋ ਉਹਨਾਂ ਨੇ ਬਰਨ ਕਰ ਲਈ, ਉਹਨੇ ਉਹ ਫੋਟੋ ਨਾਲ ਲਗਾਈ ਔਰ ਉਹਨੇ ਨਾਲੇ ਲਿਖਿਆ ਕਿ ਸੋਚੋ ਜੇ ਅਸੀਂ ਇੰਡੀਆ 'ਚ ਹੁੰਦੇ ਤਾਂ ਸਾਡੇ ਨਾਲ ਕੀ ਹੁੰਦਾ, ਤੇ ਨਾਲ ਹੀ ਉਹਨੇ ਲਿਖਿਆ ਮੈਂ ਦੱਸਦੀ ਆ, ਔਰ ਉਹਨੇ ਨਵਦੀਪ ਕੌਰ ਦਾ ਪੂਰਾ ਕੇਸ ਲਿਖ ਦਿੱਤਾ ਕਿ ਜੇ ਅਸੀਂ ਉੱਥੇ ਹੁੰਦੇ, 23 ਸਾਲ ਦੀ ਉਹ ਬੱਚੀ ਆ, ਪਤਾ ਨਹੀਂ 21 ਸਾਲ ਦੀ, ਤੇ ਉਹਨੂੰ ਸੈਕਸ਼ੂਅਲੀ ਅਸੌਲਟ, ਉਹ ਪਤਾ ਨਹੀਂ ਕੀ ਜੋ ਵੀ ਆ, ਜੋ ਐਲੀਜਿਡਲੀ ਇਹ ਗੱਲ ਆ ਰਹੀ ਆ, ਹੈਨਾ, ਬਟ ਉਹਨੇ ਉਹ ਸਾਰੀ ਗੱਲ ਲਿਖ ਦਿੱਤੀ। ਸੋ ਇੱਕ ਤੁਹਾਡਾ ਜਿਹੜਾ ਫੇਸ ਆ ਨਾ, ਜਿਹੜਾ ਦੇਸ਼ ਤੁਸੀਂ ਇੱਕ ਇੰਨੇ ਸਾਲਾਂ ਦੇ ਵਿੱਚ ਜੋ ਸਿਰਜਿਆ ਗਿਆ ਸੀ, ਤੁਸੀਂ ਉਹਦੀਆਂ ਚੱਖਣਾ ਵੱਢ ਕੇ ਰੱਖ ਦਿੱਤੀਆਂ ਆ। ਲੋਕਾਂ ਨੂੰ ਤੁਹਾਡੇ ਅਸਲ ਚਿਹਰੇ ਨਜ਼ਰ ਆ ਰਹੇ ਆ ਹੁਣ, ਹੈਨਾ। ਐਂਡ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ, ਫਿਰ ਵੇਖੋ ਵੂਮਨ ਸਿਕਿਉਰਿਟੀ ਨੂੰ ਥ੍ਰੈਟ ਹੋ ਗਿਆ ਇੱਕ ਹਿਸਾਬ ਨਾਲ। ਮੀਨਾ ਹੈਰਿਸ ਬੇਸ਼ੱਕ ਉਹ ਬਹੁਤ ਵੱਡਾ ਨਾਮ ਨਾ ਹੋਵੇ, ਪਰ ਬਹੁਤ ਛੋਟਾ ਨਾਮ ਵੀ ਨਹੀਂ ਹੈ। ਐਂਡ ਸਿਮਿਲਰਲੀ ਰਿਹਾਨਾ ਦੇ ਫਾਲੋਅਰਸ, ਗ੍ਰੇਟਾ ਦੇ ਫਾਲੋਅਰਸ, ਉਹ ਸਾਰੇ ਇੱਕ ਚੀਜ਼ ਲੈ ਕੇ ਆਉਣਗੇ ਕਿ ਵਾਈ ਆਰ ਦੇ ਬਰਨਿੰਗ देयर ਐਫੀਜੀਜ਼, ਉਹਨਾਂ ਦੇ ਪੁਤਲੇ ਕਿਉਂ ਫੂਕ ਰਹੇ ਆ, ਹੈਨਾ। ਉਹਨਾਂ ਨੂੰ ਇਹ ਗੱਲ ਸਮਝ ਚ ਨਹੀਂ ਆਉਣੀ। ਮਤਲਬ ਜਿਹੜੀ ਆਪਾਂ ਕਹਿ ਲਈਏ ਕਿ ਭਾਰਤ ਦੀ ਇੱਕ ਸ਼ਾਂਤੀ ਵਾਲੀ ਜਿਹੜੀ ਇਮੇਜ ਸੀ, ਉਹ ਪੂਰੇ ਤਰੀਕੇ ਦੇ ਨਾਲ ਇਸ ਪੂਰੇ ਸਿਨੈਰੀਓ ਦੇ ਵਿੱਚ ਡੈਮੇਜ ਹੋ ਰਹੀ ਹੈ। ਕਲੌਡੀਆ ਵੈਬ ਜਿਹੜੇ ਇਥੋਂ MP ਨੇ, ਆਈ ਥਿੰਕ ਲੈਸਟਰ ਤੋਂ MP ਨੇ, ਇਫ ਆਮ ਨਾਟ ਰੋਂਗ, ਉਹਨਾਂ ਨੇ ਬਕਾਇਦਾ ਇਹ ਲਿਖਿਆ ਕਿ ਜਦੋਂ ਮੈਂ ਫਾਰਮਰਸ ਦੇ ਹੱਕ ਦੇ ਵਿੱਚ ਦੇ ਪੋਸਟ ਕੀਤੀ, ਉਸ ਤੋਂ ਬਾਅਦ ਆਈ ਗॉट ਰੇਪ ਥ੍ਰੈਟਸ, ਹੈ ਨਾ, ਤੇ ਪਰ ਫਿਰ ਵੀ ਆਈ ਸਟੈਂਡ ਵਿਦ them, ਰਾਈਟ। ਸੋ ਜਦੋਂ ਇਹੋ ਜੀ ਗੱਲ ਇੱਕ MP ਕਹਿ ਰਹੀ ਆ ਕਿ ਮੈਨੂੰ ਇਹੋ ਜੇ ਨਸਲੀ ਜਾਂ ਰੰਗ ਭੇਦ ਦੀਆਂ ਉਹ ਜੇ ਟਿਪੀਕਲ ਚੀਜ਼ਾਂ ਦੇ ਨਾਲ, ਮਿਸੋਜਿਨਿਸਟ ਤਰੀਕੇ ਦੇ ਨਾਲ ਉਹਨਾਂ ਨੂੰ
ਡੀਮੀਨ ਕੀਤਾ ਗਿਆ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਪੂਰੇ ਵਰਲਡ ਵਿੱਚ ਤੁਹਾਡੀ ਇੱਕ ਬੜੀ ਲਾਊਡ ਐਂਡ ਕਲੀਅਰ ਫਿਗਰ ਜਾਂਦੀ ਆ ਕਿ ਦਿਸ ਇਜ਼ ਹਾਊ ਯੂ ਟ੍ਰੀਟ ਯੋਰ ਵੂਮਨ, this is how you treat your minorities, this is how you treat your weak people, right? ਉਹ ਚੀਜ਼ ਜਿਹੜੀ ਹੈ ਨਾ ਉਹ ਤੁਹਾਡਾ ਕਿਤੇ ਨਾ ਕਿਤੇ ਅੱਜ ਕੱਲ ਦੀ ਜਿਹੜੀ ਦੁਨੀਆ ਦੇ ਵਿੱਚ ਤੇ ਡੈਮੋਕ੍ਰੇਸੀ ਪ੍ਰਧਾਨ ਆ ਤੁਹਾਨੂੰ ਵੱਢ ਕੇ ਰੱਖ ਦਿੰਦੀ ਆ ਫਿਰ। ਸੋ ਡੈਫੀਨਿਟਲੀ ਉਹਨਾਂ ਦੀ ਉਹ ਜਿਹੜੀ ਇਮੇਜ ਆ ਡੈਮੇਜ ਹੋ ਰਹੀ ਆ ਔਰ ਅੱਗੇ ਵੀ ਹੋਊਗੀ। ਬਿਲਕੁਲ, ਕਿਉਂਕਿ ਜਦੋਂ ਆਪਾਂ ਇਹਦਾ ਪੂਰਾ ਮੁਲਾਂਕਣ ਕਰਦੇ ਹਾਂ ਨਾ ਤੇ ਕਈ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਖਿਲਾਫ ਬੋਲ ਰਹੇ ਹਾਂ ਜਾਂ ਕਿੱਦਾਂ। ਉਹ ਗੱਲ ਨਹੀਂ ਹੈ। ਜੋ ਬਾਹਰ ਦੇ ਲੋਕ ਸੋਚਦੇ ਨੇ, ਜੋ ਇੰਟਰਨੈਸ਼ਨਲ ਲੋਕ ਭਾਰਤ ਦੇ ਬਾਰੇ ਅੱਜ ਦੇ ਦਿਨ ਦੇ ਵਿੱਚ ਸੋਚਦੇ ਨੇ, ਉਹ ਜਿਹੜੀ ਗੱਲ ਹੈ ਅਸੀਂ ਜਿਹੜਾ ਹੈਗਾ ਆਪਣੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਇੱਥੇ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਮਾੜਾ ਕਹੀਏ ਜਾਂ ਚੰਗਾ ਕਹੀਏ ਜਾਂ ਕਿਸੇ ਨੂੰ ਜੱਜ ਕਰੀਏ, ਉਹ ਸਾਡਾ ਮਕਸਦ ਨਹੀਂ ਹੈ। ਪਰ ਫਿਰ ਵੀ ਜਿਹੜੀ ਗੱਲ ਹੈ, ਜੋ ਕਲੀਅਰ ਗੱਲ ਹੈ, ਉਹ ਕਰਨੀ ਬਣਦੀ ਹੈਗੀ ਹੈ। ਤੇ ਦੂਜੇ ਬੰਨੇ ਨਾ ਥੋੜਾ ਜਿਹਾ ਇੱਕ ਹੋਰ ਗੱਲ ਆਪਾਂ ਇੱਥੇ ਕਰ ਲੈਂਦੇ ਹੈਗੇ ਆ ਕਿ ਨੋ ਫ੍ਰੀ ਪ੍ਰੈਸ ਨੂੰ ਲੈ ਕੇ ਵੀ ਜਿਹੜਾ ਕਾਫੀ ਸਾਰੀਆਂ ਈਵਨ ਕਿ ਇੱਥੇ ਵੀ ਆਰਟੀਕਲਸ ਲੱਗੇ ਹੈਗੇ ਆ। ਗਾਰਡੀਅਨ ਦੇ ਵਿੱਚ ਆਰਟੀਕਲ ਲੱਗਾ, ਹਰਤੋਸ਼ ਸਿੰਘ ਬੱਲ ਹੋਣਾ ਦਾ ਲੱਗਾ ਹੈਗਾ। ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਦਾ ਇੱਕ ਫਾਸ਼ਿਸਟ ਜਿਹੜਾ ਚਿਹਰਾ ਹੈਗਾ ਉਹ ਵੀ ਸਾਹਮਣੇ ਆ ਰਿਹਾ ਹੈਗਾ। ਇੱਥੋਂ ਤੱਕ ਜਿੱਦਾਂ ਗੱਲਾਂ ਪਹੁੰਚ ਗਈਆਂ ਨੇ ਤੇ ਹੋਰ ਇਹਦੇ ਬਾਰੇ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦੇਖਦੇ ਹੈਗੇ ਇਹਨੂੰ? ਦੇਖੋ ਜਿਹੜਾ ਫੈਸਿਜ਼ਮ ਹੁੰਦਾ ਨਾ ਵੈਸੇ ਵੀ ਇਹ ਹਮੇਸ਼ਾ ਹੀ ਨੈਗੇਟਿਵ ਰਿਹਾ ਆ। ਬਾਕੀ ਜਿਹੜਾ ਫ੍ਰੀ ਪ੍ਰੈਸ ਦੀ ਗੱਲ ਆ, ਦੇਖੋ ਜਾਰਜ ਆਰਵੈਲ ਦਾ ਇੱਕ ਬੜਾ ਪਿਆਰਾ ਨੋਵਲ ਹੈ 1984 ਹੈ ਨਾ। ਬੇਸਿਕਲੀ ਉਹ ਪ੍ਰੈਸ ਦੀ ਹੀ ਗੱਲ ਹੈ ਕਿ ਜਦੋਂ ਤੁਸੀਂ ਪ੍ਰੈਸ ਨੂੰ ਕਦੋਂ ਦਬਾਉਣਾ ਸ਼ੁਰੂ ਕਰਦੇ ਹੋ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਅਸੀਂ ਅੰਦਰੋਂ ਕਮਜ਼ੋਰ ਆ ਔਰ ਸਾਡੀ ਕਮਜ਼ੋਰੀ ਬਾਹਰ ਨਜ਼ਰ ਨਾ ਆ ਜਾਏ, ਉਦੋਂ ਤੁਸੀਂ ਪ੍ਰੈਸ ਨੂੰ ਆਪਣੇ ਗਿਰਫਤ ਵਿੱਚ ਲੈਣਾ ਸ਼ੁਰੂ ਕਰਦੇ ਆ। ਐਂਡ ਪ੍ਰੈਸ ਨੂੰ ਜਕੜ ਲੈਣਾ ਜਾਂ ਉਹਨੂੰ ਖਰੀਦ ਲੈਣਾ ਜਾਂ ਜਿਸ ਤਰੀਕੇ ਨਾਲ ਵੀ ਇਹ ਸਭ ਕੁਝ ਚੱਲ ਰਿਹਾ, ਇਹ ਆਪਣੇ ਆਪ 'ਚ ਕੋਈ ਹੈਲਦੀ ਚੀਜ਼ ਨਹੀਂ ਹੁੰਦੀ, ਰਾਈਟ? ਟਵਿੱਟਰ ਨੂੰ ਤੁਸੀਂ ਬੈਨ ਕਰ ਰਹੇ ਆ ਜੀ। ਉਸ ਤੋਂ ਪਹਿਲਾਂ ਤੁਸੀਂ ਐਮਨੈਸਟੀ ਬੇਸ਼ੱਕ ਉਹਦੇ 'ਚ ਨਹੀਂ ਆਉਂਦੀ, ਮੀਡੀਆ 'ਚ ਨਹੀਂ ਆਉਂਦੀ, ਬਟ ਐਮਨੈਸਟੀ ਹੈਜ਼ ਬੀਨ ਥਰੋਨ ਆਊਟ ਆਫ ਇੰਡੀਆ। ਠੀਕ ਆ, ਤੁਸੀਂ ਉਹਨਾਂ ਨੂੰ ਬਾਹਰ ਸਿੱਟ ਦਿੱਤਾ, ਸ਼ਿਕੰਜਾ ਹੌਲੀ-ਹੌਲੀ ਕੱਸਿਆ ਇਸ ਤਰੀਕੇ ਦੇ ਨਾਲ ਕਿ ਉਹਨਾਂ ਨੂੰ ਛੱਡਣਾ ਪੈ ਜਾਏ। ਔਰ ਐਮਨੈਸਟੀ ਜਿਹੜੀ ਆ ਉਹ ਅੱਜ ਵੀ ਉਹ ਲਿਖ ਰਹੇ ਆ ਆਪਣੇ ਟਵਿੱਟਰਸ ਦੇ ਵਿੱਚ, ਟਵੀਟ ਕਰ ਰਹੇ ਆ ਕਿ ਬੇਸ਼ੱਕ ਸਾਨੂੰ ਇੰਡੀਆ ਦੇ ਵਿੱਚ ਅਸੀਂ ਹੁਣ ਨਹੀਂ ਕੰਮ ਕਰ ਸਕਦੇ ਬਟ ਵੀ ਸਟੈਂਡ ਵਿਦ ਫਾਰਮਰਸ, ਹੈ ਨਾ। ਤੇ ਇਹੋ ਜਿਹੀ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨਾ ਤਾਂ ਉਦੋਂ ਤੁਹਾਡਾ ਕਿਤੇ ਨਾ ਕਿਤੇ ਇਹ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਦਿਸ everything is not fine there, ਹੈ ਨਾ, ਉੱਥੇ ਸਭ ਕੁਝ ਠੀਕ ਨਹੀਂ ਹੈ। ਫੈਸਿਜ਼ਮ ਦੀ ਇੱਕ ਨਾ ਬੜੀ ਪ੍ਰੋਮੀਨੈਂਟ ਕਰੈਕਟਰ ਸਕੈਚ ਹੈ, ਉਹਦੇ ਵਿੱਚ ਹੈ ਹੀ ਇਹ ਕਿ ਜਿਹੜਾ ਤੁਹਾਡੇ ਖਿਲਾਫ ਬੋਲੇ ਉਹਨੂੰ ਦੋ ਤਰੀਕਿਆਂ ਨਾਲ ਖਤਮ ਕਰ ਦਿਓ। ਉਹਨੂੰ ਕਹਿ ਦਿਓ ਕਿ ਇਹ ਐਂਟੀ ਨੈਸ਼ਨਲ ਹੈ, ਇਹ ਥ੍ਰੈਟ ਟੂ ਯੋਰ ਨੇਸ਼ਨ ਹੈ ਨਾ। ਉਹ ਕਿੱਦਾਂ ਹੋ ਸਕਦਾ ਜੇ ਤੁਸੀਂ ਫ੍ਰੀ ਪ੍ਰੈਸ ਖਤਮ ਕਰ ਦਿਓ। ਤੇ ਹੁਣ ਜਦੋਂ ਫ੍ਰੀ ਪ੍ਰੈਸ ਖਤਮ ਹੁੰਦੀ ਹੈ ਨਾ, ਜਦੋਂ ਜਿਸ ਤਰੀਕੇ ਨਾਲ, ਔਰ ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਇਟ ਇਜ਼ ਕੋਈ ਫੋਰਨ ਜਰਨਲਿਸਟ ਆ ਜਿਹਨੇ ਇਹ ਵੀ ਲਿਖਿਆ ਕਿ ਇਟ ਇਜ਼ ਗੈਟਿੰਗ ਡਿਫਿਕਲਟ ਟੂ ਵਰਕ ਇਨ ਇੰਡੀਆ, ਹੈ ਨਾ। ਉਹ ਜਰਨਲਿਸਟ ਆ ਫੋਰਨ ਦੀ। ਸੋ ਬੇਸਿਕਲੀ ਤੁਹਾਡਾ ਜਿਹੜਾ ਚਿਹਰਾ ਆ ਨਾ ਉਹ ਇਸ ਤਰੀਕੇ ਨਾਲ, ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਨੰਗਾ ਹੋ ਗਿਆ, ਬਟ ਇਹ ਪੋਰਟਰੇ ਐਵੇਂ ਹੋ ਰਿਹਾ ਆ ਕਿ ਤੁਸੀਂ ਕਿਸੇ ਨੂੰ ਸੱਚ ਬੋਲਣ ਦੇਣਾ ਨਹੀਂ ਚਾਹ ਰਹੇ। ਤੁਸੀਂ ਉਹ ਚਾਹ ਰਹੇ ਆ ਕਿ ਜੋ ਤੁਸੀਂ ਕਹੋ ਉਹੀ ਲੋਕ ਬੋਲਣ, ਉਹੀ ਹੋਵੇ, ਐਂਡ that is not possible। ਇਹ ਪੋਸੀਬਲ ਨਹੀਂ ਹੁੰਦਾ ਕਦੀ ਨਹੀਂ। ਫੈਸਿਜ਼ਮ ਦਾ, ਜੇ ਤੁਸੀਂ ਫੈਸਿਸਟ ਹੋ, ਫੈਸਿਸਟ ਦੀ ਇਹ ਦੁਨੀਆ ਰਹੀ ਨਹੀਂ, ਡੈਮੋਕ੍ਰੇਸੀ ਦੀ ਦੁਨੀਆ ਆ, ਜੇ ਨਹੀਂ ਸੰਭਲਣਗੇ ਬਹੁਤ ਵੱਡਾ ਜਨ ਸੈਲਾਬ ਆ ਜਾਊਗਾ, ਹੈ ਨਾ। ਇੱਕ ਰਿਵੋਲਟ ਹੋ ਜਾਊਗਾ ਬਹੁਤ ਵੱਡਾ। ਫਾਈਨਲੀ ਰਹਿਣੀ ਡੈਮੋਕ੍ਰੇਸੀ ਹੀ ਹੈ ਨਾ। ਪਰ ਇਸ ਤਰੀਕੇ ਨਾਲ ਜਿਹੜਾ ਉਸ ਇੰਨੇ ਸਾਲਾਂ 'ਚ ਇੱਕ ਇੰਡੀਆ ਨੇ ਆਪਣੀ ਇੱਕ ਫੋਰਨ ਪਾਲਿਸੀ ਦੇ ਨਾਲ ਆਪਣਾ ਇੱਕ ਰਿਲੇਸ਼ਨਸ਼ਿਪ ਬਿਲਡ ਕੀਤਾ ਸੀਗਾ ਨਾ, ਕਿ ਤੁਸੀਂ ਉਹ ਵੀ ਤੋੜ ਰਹੇ ਆ। ਇਹ ਤਾਂ ਹੋ ਰਿਹਾ ਬਿਲਕੁਲ। ਇਹਦੇ ਵਿੱਚ ਆਪਾਂ ਦੇਖੀਏ ਨਾ ਕਿ ਜਿਹੜਾ ਇੱਕ ਵਾਰੀ ਦੁਬਾਰਾ ਉਹ ਜਦੋਂ ਅਸੀਂ ਲੋਕਲ ਤੋਂ ਉੱਥੇ ਗੱਲਬਾਤ ਕਰਦੇ ਹਾਂ ਤੇ ਇੱਕ ਵਾਰੀ ਦੁਬਾਰਾ ਮੀਡੀਆ ਵੱਲੋਂ ਖਾਸ ਕਰਕੇ 1984 ਵਾਲਾ ਮਾਹੌਲ ਦੁਬਾਰਾ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ। ਜਦੋਂ ਆਪਾਂ ਕਹਿ ਲਈਏ ਇੱਕ ਸਟੇਜ ਦੇ ਉੱਤੇ ਹਮਲਾ ਹੁੰਦਾ, ਉਦੋਂ ਤੋਂ ਇਹ ਚੀਜ਼ ਸ਼ੁਰੂ ਹੁੰਦੀ ਆ ਤੇ ਬਾਅਦ ਚ ਮਾਹੌਲ ਇੰਨਾ ਜ਼ਿਆਦਾ ਕੜੱਤਣ ਵਾਲਾ ਭਰ ਦਿੱਤਾ ਜਾਂਦਾ ਹੈ। ਖਾਸ ਕਰਕੇ ਹੁਣ ਦੁਬਾਰਾ ਇਹਦੀਆਂ ਕੋਸ਼ਿਸ਼ਾਂ ਹੋਈਆਂ ਸਿੱਖਾਂ ਦੇ ਖਿਲਾਫ ਇਦਾਂ ਦਾ ਮਾਹੌਲ ਜਿਹੜਾ ਹੈ ਕਿ ਜਿਹੜੀ ਲੋਕਾਂ ਦੇ ਅੰਦਰ ਜਿਹੜੀ ਹੈਗੀ ਨਾ ਜੈਨੋਸਾਈਡਲ ਪਲਸ, ਉਹਨੂੰ ਦੁਬਾਰਾ ਉਜਾਗਰ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਹਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ? ਦੇਖੋ 1984 ਦਾ ਮੈਂ ਤੁਹਾਨੂੰ ਦੱਸਾਂ, ਪਤਾ ਨਹੀਂ ਸ਼ਾਇਦ ਇਹ ਗੱਲ ਬਹੁਤੇ ਲੋਕਾਂ ਨੂੰ ਪਤਾ ਹੋਊਗੀ ਜਾਂ ਨਹੀਂ ਹੋਊਗੀ। 1984 ਨੂੰ 2014 ਤੋਂ ਬਾਅਦ ਹੀ ਦੁਬਾਰਾ ਉਠਾਇਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਸੀਗਾ। ਸ਼ਾਇਦ ਉਸ ਤੋਂ ਪਹਿਲਾਂ ਵੀ, ਪਰ ਮੇਰੀ ਨਜ਼ਰ ਦੇ ਵਿੱਚ 2014 ਤੋਂ ਬਾਅਦ ਆਉਣਾ ਸ਼ੁਰੂ ਹੋਇਆ। ਬਹੁਤ ਸਾਰੇ ਜਿਹੜੇ ਫੇਸਬੁੱਕ ਜਾਂ ਟਵਿੱਟਰ ਜਾਂ ਜਿਹੜੇ ਵੀ ਸੋਸ਼ਲ ਨੈਟਵਰਕਿੰਗ ਸਾਈਟਸ ਹੁੰਦੀਆਂ, ਉਹਦੇ ਉੱਤੇ ਅਗਰ ਤੁਸੀਂ ਕੋਈ ਚੀਜ਼ ਲਿਖਦੇ ਆ ਐਜ਼ ਅ ਸਿੱਖ, ਤੇ ਥੱਲੇ ਤੁਹਾਨੂੰ ਜਿਹੜੇ ਤੁਹਾਡੇ ਮਤਲਬ ਇੱਕ ਪਾਰਟਿਕੂਲਰ ਜਿਹੜਾ ਟ੍ਰੋਲਿੰਗ
ਪਾਰਟੀ ਜਿਹਨੂੰ ਕਹਿ ਦਿੰਦੇ ਆ, ਉਹ ਥੱਲੇ ਜ਼ਰੂਰ ਲਿਖ ਦਿੰਦੇ ਆ ਕਿ 84 ਭੁੱਲ ਗਏ। ਇਹ ਗੱਲ ਅਕਸਰ ਆ ਜਾਂਦੀ ਆ, ਬਹੁਤ ਵਾਰੀ ਮੈਂ ਪੜ੍ਹੀ ਆ। ਕਈ ਵਾਰੀ ਆ ਜਾਂਦਾ 84 ਯਾਦ ਦਿਲਾ ਦੇਂਗੇ। ਹਾਂਜੀ ਬਿਲਕੁਲ, ਹੈ ਨਾ। ਉਹਨਾਂ ਨੂੰ ਇਹ ਇਸ ਤਰੀਕੇ ਨਾਲ ਜਿਹੜਾ ਉੱਥੇ ਯੂਥ ਆ ਨਾ, ਉਹਨਾਂ ਨੂੰ ਇਸ ਤਰੀਕੇ ਨਾਲ ਸਮਝਾਇਆ ਜਾ ਰਿਹਾ ਕਿ 84 ਜਿਹੜਾ ਸੀਗਾ 1984 ਉਹ ਬੜਾ ਕੁਝ ਗਲੋਰੀਅਸ ਸੀਗਾ, ਜਿਹਦੇ ਵਿੱਚ ਸਿੱਖਾਂ ਨੂੰ ਸਬਕ ਸਿਖਾਇਆ ਗਿਆ ਸੀ। ਇਸ ਤਰੀਕੇ ਦਾ ਨੈਰੇਟਿਵ ਕੰਸਟਰਕਟ ਕੀਤਾ ਜਾਂਦਾ ਆ। ਹੁਣ ਜਿਹੜਾ ਤੁਸੀਂ ਜਿੱਥੋਂ ਆਪਾਂ ਗੱਲ ਸ਼ੁਰੂ ਕਰੀਏ ਕਿ ਜਦੋਂ ਉਹਨਾਂ ਨੇ ਆਹ ਪੂਰਾ ਸਟੇਜ ਦੇ ਉੱਪਰ ਜੋ ਵੀ ਹੋਇਆ ਹੈ ਨਾ, ਤਾਂ ਉਹ ਕੁਝ ਕੁ ਲੋਕ ਉਸ ਤੋਂ ਪਹਿਲਾਂ ਹੀ, ਜਿਹਦੇ ਵਿੱਚੋਂ ਇੱਕ ਬੀਬੀ ਵੀ ਸੀਗੀ, ਭੁੱਲ ਗਿਆ ਕਿ ਤਿਆਗੀ ਸਮਥਿੰਗ, ਤੇ ਇੱਕ ਹੋਰ ਵੀ ਹੈ ਜਿਹੜੇ ਕਿ ਸ਼ਾਹੀਨ ਬਾਗ ਦੇ ਵਿੱਚ ਵੀ ਇੰਸਟਰੂਮੈਂਟਲ ਸੀਗੇ। ਬੇਸਿਕਲੀ ਉਹਨਾਂ ਨੂੰ ਉਹ ਇਹੀ ਚੀਜ਼ਾਂ ਪਹਿਲੇ ਦਿਨ ਤੋਂ ਬੋਲ ਰਹੇ ਸੀਗੇ ਕਿ ਇਹਨਾਂ ਨੂੰ 84 ਯਾਦ करावांगे, ਇਹਨਾਂ ਨੂੰ ਇਸ ਤਰ੍ਹਾਂ ਕਰਾਂਗੇ, 2 दिन ਚ चका देंगे, हमें 1 घंटे का समय दो। 1 घंटे का समय ਕਾਦੇ ਵਾਸਤੇ, ਹੈ ਨਾ, ਟੂ ਕਿਲ ਪੀਪਲ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਤਾਂ ਉਹ ਕਰਦੇ ਆ ਰਹੇ ਆ, ਪਰ ਇਹਦੇ ਤੋਂ ਵੀ ਜ਼ਿਆਦਾ ਖਤਰਨਾਕ ਕੀ ਆ ਉਹ ਜ਼ਰੂਰ ਡਿਸਕਸ ਕਰਨਾ ਬਣਦਾ ਆ। ਮੀਆਂ ਖਲੀਫਾ ਨੇ ਜਦੋਂ ਟਵੀਟ ਕੀਤਾ ਤਾਂ ਇਹੋ ਜਿਹੀਆਂ ਭੱਦੀਆਂ ਗੱਲਾਂ ਉਹਦੇ ਵਾਸਤੇ ਲਿਖੀਆਂ ਗਈਆਂ ਔਰ ਬਕਾਇਦਾ ਬੋਲੀਆਂ ਗਈਆਂ, टीवी चैनल्स के ऊपर बोलियां गई, इस तक भी बोलिया गया कि एक पॉर्न स्टार हमारे देश के मुद्दे में बोलेगी। ਤੁਸੀਂ ਇੱਥੋਂ ਜੱਜ ਕਰ ਸਕਦੇ ਆ ਕਿ ਉਹਨਾਂ ਦੀਆਂ ਜਿਹੜੀ ਮੈਂਟੈਲਿਟੀ ਆ ਨਾ, ਸੋਚ ਆ, ਉਹ ਕਿੰਨੀ ਕਿਸ ਲੈਵਲ ਦੀ ਆ। ਉਹ ਅਜੇ ਵੀ ਇਸ ਜਗ੍ਹਾ ਤੋਂ ਨਿਕਲੇ ਹੀ ਨਹੀਂ ਕਿ ਜਿਹੜੀਆਂ ਦੇਵਦਾਸੀਆਂ ਹੋਇਆ ਕਰਦੀਆਂ ਸੀਗੀਆਂ ਨਾ, ਉਹ ਸਿਰਫ ਇੱਕ ਪਾਰਟਿਕੂਲਰ ਜਗ੍ਹਾ ਵਾਸਤੇ ਹੁੰਦੀਆਂ ਸੀ, ਉਸ ਤੋਂ ਅੱਗੇ ਉਹ ਬੋਲ ਨਹੀਂ ਸੀ ਸਕਦੀਆਂ। ਇੱਕ ਔਰਤ ਜਿਹੜੀ ਆ ਉਹ ਸਤੀ ਹੋਣ ਤੱਕ ਹੋ ਸਕਦੀ, ਉਸ ਤੋਂ ਅੱਗੇ ਬੋਲ ਨਹੀਂ ਸਕਦੀ, ਹੈ ਨਾ। ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਇੱਕ ਨੈਰੇਟਿਵ ਉੱਥੇ ਕੰਸਟਰਕਟ ਕਰਕੇ ਵੂਮਨ ਦੀ ਜਿਹੜੀ ਇੱਕ ਆਪਣੀ ਆਈਡੈਂਟਿਟੀ ਹੈ, ਜੋ ਵੂਮਨ ਡਿਵੈਲਪਮੈਂਟ ਹੋਈ ਆ, ਉਹਨਾਂ ਨੂੰ ਜਾਂ ਤਾਂ ਤੁਸੀਂ ਅਗਰ ਤੁਸੀਂ ਐਕਸੈਪਟ ਨਹੀਂ ਕਰ ਰਹੇ, ਮਤਲਬ ਅਗਰ ਤੁਸੀਂ ਇੰਪਾਵਰਡ ਰਹਿਣਾ ਹੈ ਤਾਂ ਤੁਸੀਂ ਕੰਗਨਾ ਰਣੌਤ ਹੋਣੇ ਚਾਹੀਦੇ ਆ, ਜਿਹੜਾ ਹਮੇਸ਼ਾ ਬੀਜੇਪੀ ਦੀ ਬੋਲੀ ਬੋਲੇ, ਜਾਂ ਤੁਸੀਂ ਉਹ ਜਿਹੜੀ ਪ੍ਰਗਿਆ ਠਾਕੁਰ ਐਂਡ ਜਿਹੜੇ ਉਹ ਸਾਰੇ ਮਤਲਬ ਜਿਹੜੇ ਉਹਨਾਂ ਦੇ ਨਾਲ ਆ, ਉਹਨਾਂ ਦੇ ਅਲਾਈਜ਼ ਆ, ਜਾਂ ਤਾਂ ਉਹ ਹੋਣੇ ਚਾਹੀਦੇ ਆ। ਜੇ ਤੁਸੀਂ ਉਹਨਾਂ ਤੋਂ ਡਿਫਰੈਂਟ ਆ, ਯੂ ਵਿਲ ਬੀ ਰੇਪਡ, ਯੂ ਵਿਲ ਬੀ ਕਿਲਡ, ਤੁਹਾਨੂੰ ਅੰਦਰ ਸਿੱਟਿਆ ਜਾਊਗਾ। ਐਂਡ ਹੈਰਾਨੀ ਹੁੰਦੀ ਆ ਕਿ ਉਹ ਗੈਂਗ ਰੇਪ ਵਰਗੀਆਂ ਧਮਕੀਆਂ ਮੀਆਂ ਖਲੀਫਾ ਨੂੰ ਦਿੱਤੀਆਂ ਜਾ ਰਹੀਆਂ ਸੀਗੀਆਂ, ਰਾਈਟ। ਬੇਸ਼ੱਕ ਉਹ ਪੌਰਨ ਸਟਾਰ ਆ, whatever, ਉਹਦਾ ਆਪਣਾ ਇੱਕ ਨਿੱਜੀ ਮੁੱਦਾ ਆ, ਬਟ ਉਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਉਹਨੂੰ ਐਜ਼ ਅ ਵੂਮਨ ਹੀ ਵੇਖੋਗੇ ਜੇ ਤੁਸੀਂ ਇੱਕ ਸੱਭਿਅਕ ਸਮਾਜ ਦੇ ਹਿੱਸਾ ਹੈਗੇ ਆ ਤੇ। ਜੇ ਸੱਭਿਅਕ ਸਮਾਜ ਦਾ ਹਿੱਸਾ ਨਹੀਂ, ਫਿਰ ਤੁਹਾਡੀ ਮਰਜ਼ੀ ਆ। ਬਿਲਕੁਲ, ਤੁਸੀਂ ਆਪਣੇ ਆਪ ਹੀ, ਜੇ ਆਪਾਂ ਕਹਿ ਲਈਏ ਕਿ ਆਪਣਾ ਸਾਰਾ ਕੁਝ ਜਿਹੜਾ ਤੁਸੀਂ ਆਪ ਹੀ ਉਜਾਗਰ ਕਰ ਰਹੇ ਹੋ, ਜੇ ਇਸ ਤਰ੍ਹਾਂ ਦਾ ਹੁੰਦਾ ਹੈ। ਦੂਸਰੀ ਆਪਾਂ ਅਖੀਰ ਤੇ ਗੱਲ ਕਰਨੀ ਹੈਗੀ ਹੈ ਕਿ ਟਵਿੱਟਰ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਸਾਰੇ ਅਕਾਊਂਟਸ ਜਾਂ ਸਰਕਾਰ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ, ਨਵੀਂ ਪਾਲਿਸੀਜ਼ ਵੀ ਹੁਣ ਤਾਂ ਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ OTT ਪਲੇਟਫਾਰਮ ਨੂੰ ਲੈ ਕੇ, YouTube ਨੂੰ ਲੈ ਕੇ, ਟਵਿੱਟਰ ਨੂੰ ਲੈ ਕੇ, ਫੇਸਬੁੱਕ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਪਾਲਿਸੀ ਵੀ ਸਰਕਾਰ ਵੱਲੋਂ ਆਈ ਜਾਵੇਗੀ। ਪਰ ਇਹਦੇ ਜੇ ਆਪਾਂ ਕਹਿ ਲਈਏ ਕਿ ਪਿੱਛੇ ਜੋ ਇਹਦੀ ਬੈਕ ਐਂਡ ਤੇ ਹੈਗਾ ਨਾ, ਕਿ ਉਹ ਜੋ ਲਾਲ ਕਿਲੇ ਤੇ ਘਟਨਾਕ੍ਰਮ ਵਾਪਰਿਆ, ਉਸ ਨੂੰ ਕੰਪੈਰੀਜ਼ਨ ਕਰਨਾ ਚਾਹ ਰਹੇ ਨੇ ਜੋ ਕੈਪੀਟਲ ਬਿਲਡਿੰਗ ਦੇ ਵਿੱਚ US ਦੇ ਵਿੱਚ ਹੁੰਦਾ, ਜੋ ਟਰੰਪ ਸਮਰਥਕਾਂ ਦੇ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਪੂਰੀ ਸੰਸਦ ਦੇ ਵਿੱਚ ਸਾਰਾ ਜਾ ਕੇ, ਜਾਂ ਉੱਥੇ ਜਿਹੜੀ ਹਿੰਸਾ ਹੁੰਦੀ, ਬਾਰ-ਬਾਰ ਉਹਦੇ ਨਾਲ ਕੰਪੈਰੀਜ਼ਨ ਕਰ ਰਹੇ ਨੇ ਕਿ ਉਹਦੇ ਵਿੱਚ ਟਵਿੱਟਰ ਨੇ ਇਹ ਕਿਹਾ ਸੀ ਕਿ ਜਿਹੜੇ ਟਰੰਪ ਸੀਗਾ ਉਹਦਾ ਅਕਾਊਂਟ ਉਹਨਾਂ ਨੇ ਫਰੀਜ਼ ਕਰਤਾ, ਜਾਂ ਬਾਕੀ ਜਿਹੜੇ ਉਹਨਾਂ ਦੇ ਸਮਰਥਕ ਸੀ ਕਿ ਸਰਕਾਰ ਦੇ ਖਿਲਾਫ ਕੁਝ ਨਾ ਬੋਲਿਆ ਜਾਵੇ। ਉਹ ਕਹਿੰਦੇ ਕਿ ਇਦਾਂ ਦੀ ਪਾਲਿਸੀ ਹੀ ਆਵੇ, ਜੋ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਰਿਪੋਰਟਰਸ ਦੇ ਵਿੱਚ, ਤੇ ਇਦਾਂ ਦੀ ਜਿਹੜੀ ਗੱਲ ਹੋ ਰਹੀ ਹੈ, ਤੁਸੀਂ ਕਿਦਾਂ ਇਹਨੂੰ ਕੰਪੈਰੀਟਿਵਲੀ ਦੇਖਦੇ ਹੋ? ਇਹ ਬੜਾ ਇੰਟਰਸਟਿੰਗ ਆ। ਇੰਟਰਸਟਿੰਗ ਇਸ ਕਰਕੇ ਆ ਕਿ ਉਸ ਟਾਈਮ ਦੇ ਉੱਪਰ ਟਰੰਪ ਜਿਹੜਾ ਬੇਸ਼ੱਕ ਉਹ ਹਾਰ ਗਿਆ ਸੀ, ਬਟ ਫਿਰ ਵੀ ਉਹ ਸਿਟਿੰਗ ਸੀਗਾ, ਉਹ ਛੱਡਣ ਨੂੰ ਤਿਆਰ ਨਹੀਂ ਸੀਗਾ। ਤਾਂ ਸਰਕਾਰ ਉਸ ਟਾਈਮ ਤੇ ਟਰੰਪ ਸੀ, ਹੈ ਨਾ ਜੀ। ਤੇ ਉਦੋਂ ਉਸ ਟਾਈਮ ਦੇ ਉੱਤੇ ਜੋ ਬਿਡਨ ਹਜੇ ਸਰਕਾਰ ਨਹੀਂ ਸੀ ਜੀ। ਤਾਂ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਜੋ ਵੀ ਹੋਇਆ, ਉਹ ਤੁਸੀਂ ਇਹ ਕਹਿ ਰਹੇ ਆ ਕਿ ਸਰਕਾਰ ਦੇ ਖਿਲਾਫ ਹੋਇਆ, ਤੇ ਸਰਕਾਰ ਦੇ ਖਿਲਾਫ ਨਹੀਂ ਸੀ, ਉਹ ਟਰੰਪ ਹੀ ਸਰਕਾਰ ਸੀ ਉਸ ਟਾਈਮ ਦੇ ਉੱਤੇ। ਮਤਲਬ ਉਹਨਾਂ ਦੇ ਸਵਾਲਾਂ ਦੇ ਵਿੱਚ ਹੀ ਉਹਨਾਂ ਦਾ ਜਵਾਬ ਆ ਗਿਆ। ਬੇਸਿਕਲੀ ਉਹਨਾਂ ਦੀ ਜਿਹੜੀ ਉਸ ਟਾਈਮ ਤੇ ਜਿਹੜਾ ਇੱਕ ਫੈਸਿਸਟ ਰਜੀਮ ਜੋ ਟਰੰਪ ਦੇ ਰੂਪ ਦੇ ਵਿੱਚ ਸੀਗੀ ਨਾ ਉੱਥੇ, ਜਿਸ ਤਰੀਕੇ ਨਾਲ ਹੁਣ ਮੋਦੀ ਆ, ਕੱਲ ਨੂੰ ਬਾਈ ਚਾਂਸ ਮੋਦੀ ਸਾਹਿਬ ਹੋਣਾ ਕੋਈ ਗੜਬੜ ਕਰ ਦੇਣ ਤੇ ਟਵਿੱਟਰ ਨੂੰ ਉਹਨਾਂ ਦੇ ਮੋਦੀ ਹੋਣਾ ਦੇ ਸਾਰੇ ਖਤਮ ਕਰ ਦੇਣੇ ਚਾਹੀਦੇ ਆ ਹੈਂਡਲਸ, ਜੇ ਕੈਪੀਟਲ ਹਿੱਲ ਦੇ ਨਾਲ ਹੀ ਇਹਨੂੰ ਕੰਪੇਅਰ ਕਰਨਾ ਹੈ ਤੇ। ਹੁਣ ਜਿਹੜਾ ਲਾਲ ਕਿਲੇ ਤੇ ਉੱਤੇ ਹੋਇਆ ਨਾ, ਉਹ ਬਕਾਇਦਾ ਗਵਰਨਮੈਂਟ ਨੇ ਆਪਣਾ ਇੱਕ ਪਲਾਨ ਘੜ ਕੇ ਉਹਨਾਂ ਨੂੰ ਉਸ ਪਾਸੇ ਤੋਰਿਆ, ਉਹਨਾਂ ਲੋਕਾਂ ਨੂੰ। ਮੇਬੀ ਆਈ ਐਮ ਰੋਂਗ, ਪਰ ਜੋ ਨਜ਼ਰ ਆ ਰਿਹਾ ਆ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਇੱਧਰ ਵਾਲੇ ਰਸਤੇ ਬੰਦ ਆ। ਬਹੁਤ ਵਾਰੀ ਆਪਾਂ ਡਿਸਕਸ ਕਰ ਲਿਆ ਹੈ ਨਾ, ਇਹ ਰਸਤੇ ਬੰਦ ਆ, ਤੁਸੀਂ ਉਸ ਸਾਈਡ ਨੂੰ ਜਾਓ। ਤੁਸੀਂ ਉਹਨੂੰ ਇੱਕ ਦੇਖਿਆ, ਉੱਥੇ
ਕੋਈ ਉਹਨਾਂ ਨੂੰ ਇਨਸਟਰਕਸ਼ਨ ਦੇਣ ਵਾਲਾ ਬੰਦਾ ਨਹੀਂ ਸੀਗਾ, ਉਹ ਇੱਕ ਲੋਕ ਰੋਹ ਸੀ ਜੀ। ਦੂਸਰੀ ਗੱਲ, ਜਦੋਂ ਆਪਾਂ ਜਿਹੜੀਆਂ ਟਰੰਪ ਦੇ ਟਾਈਮ ਤੇ ਜਿਹੜੀਆਂ ਕੈਪੀਟਲ ਹਿਲ ਦੀਆਂ ਫੋਟੋਗ੍ਰਾਫਸ ਆਈਆਂ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਫਰਨੀਚਰ ਤੱਕ ਚੱਕ ਲਿਆ, ਐਸੀ ਕੋਈ ਵੀ ਫੋਟੋਗ੍ਰਾਫ ਲਾਲ ਕਿਲੇ ਦੇ ਵਿੱਚੋਂ ਨਹੀਂ ਆਈ। ਲਾਲ ਕਿਲੇ ਵਿੱਚ ਇੱਕ ਇੱਟ ਤੱਕ ਨਹੀਂ ਤੋੜੀ ਗਈ। ਬਿਲਕੁਲ, ਅਸੀਂ ਬਾਰ-ਬਾਰ ਪ੍ਰੋਗਰਾਮਾਂ 'ਚ ਕਹਿੰਦੇ ਹੁੰਦੇ ਆ ਕਿ ਇੰਨੇ ਲੱਖਾਂ ਦੇ ਹਿਸਾਬ ਨਾਲ ਬੰਦਾ ਦਿੱਲੀ ਦੇ ਵਿੱਚ ਗਿਆ ਹੋਵੇ, ਲੱਖਾਂ ਦੇ ਹਿਸਾਬ ਨਾਲ ਟਰੈਕਟਰ ਦਿੱਲੀ ਦੇ ਵਿੱਚ ਗਿਆ ਹੋਵੇ, ਕੋਈ ਇੱਕ ਘਟਨਾ ਇਹੋ ਜਿਹੀ ਨਹੀਂ ਹੈ ਕਿ ਕਿਸੇ ਦੁਕਾਨਦਾਰ ਦੀ ਲੁੱਟਮਾਰ ਹੋਈ ਹੋਵੇ, ਕਿਸੇ ਦਿੱਲੀ ਦੇ ਸਿਟੀਜ਼ਨ ਦੀ ਕੋਈ ਇਸ ਤਰ੍ਹਾਂ ਦੀ ਕੁੱਟਮਾਰ ਹੋਈ ਹੋਵੇ, ਮਤਲਬ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਉਂਦਾ। ਮਤਲਬ ਉਹਨਾਂ ਦਾ ਮਕਸਦ ਇਹ ਨਹੀਂ ਸੀਗਾ, ਜਾਂ ਉਹਨਾਂ ਦਾ ਮਕਸਦ ਇਸ ਤਰ੍ਹਾਂ ਦਾ ਵਾਇਲੈਂਸ ਹੋਣ ਦਾ ਨਹੀਂ ਸੀਗਾ, ਉਹਨਾਂ ਨੂੰ ਜਬਰਨ ਉਸ ਰਾਹੇ ਪਾਇਆ ਗਿਆ, ਉਸ ਟ੍ਰੈਪ ਕੀਤਾ ਗਿਆ ਉਹਨਾਂ ਨੂੰ ਜੀ। ਹੁਣ ਇਹ ਜਿਹੜਾ ਕੈਪੀਟਲ ਹਿਲ ਦੇ ਵਿੱਚ ਹੋਇਆ ਉਹ ਸੀਗਾ ਕਿ ਦੋ ਪੋਲੀਟੀਕਲ ਪਾਰਟੀਆਂ ਦਾ ਆਪਸ ਦੇ ਵਿੱਚ ਇੱਕ ਕਨਫਲਿਕਟ ਸੀ ਜੀ। ਇੱਕ ਪੋਲੀਟੀਕਲ ਪਾਰਟੀ ਨੂੰ ਲੋਕਾਂ ਨੇ ਜਿਤਾ ਦਿੱਤਾ, ਦੂਸਰੀ ਪੋਲੀਟੀਕਲ ਪਾਰਟੀ ਮੰਨਣਾ ਨਹੀਂ ਚਾਹੁੰਦੀ ਕਿ ਅਸੀਂ ਹਾਰ ਗਏ ਹਾਂ। ਕੱਲ ਨੂੰ ਮੰਨ ਲਓ ਕਾਂਗਰਸ ਜਿੱਤ ਜੇ ਜਾਂ ਕੋਈ ਹੋਰ ਜਿੱਤ ਜੇ, ਮੋਦੀ ਸਾਹਿਬ ਕਹਿਣ ਨਹੀਂ ਹਮ ਨਾ ਮਾਨੇਂਗੇ, ਤੇ ਫਿਰ ਅਗਰ ਉਹ ਮੋਦੀ ਸਾਹਿਬ ਦੇ ਜਿਹੜੇ ਲੋਕ ਅੰਦਰ ਚਲੇ ਜਾਣ, ਸੋ ਉਹ ਉਸ ਲੈਵਲ ਦੇ ਉੱਤੇ ਕਨਫਲਿਕਟ ਸੀਗਾ। ਇੱਥੇ ਕਨਫਲਿਕਟ ਕੁਝ ਵੀ ਨਹੀਂ, ਇੱਥੇ ਤੇ ਆਮ ਲੋਕ ਆਪਣਾ ਪ੍ਰੋਟੈਸਟ ਕਰ ਰਹੇ ਸੀ। ਦੂਜਾ ਆਪਾਂ ਕਹਿ ਲਈਏ ਕਿ ਲਾਲ ਕਿਲੇ ਨੂੰ ਆਪਾਂ ਕੈਪੀਟਲ ਬਿਲਡਿੰਗ ਦੇ ਨਾਲ ਕੰਪੇਅਰ ਕਰ ਸਕਦੇ ਹਾਂ, ਮਤਲਬ ਇੰਡੀਆ ਦੇ ਵਿੱਚ ਤੇ ਸੰਸਦ ਭਵਨ ਹੋ ਗਿਆ ਨਾ, ਫਿਰ ਜੇ ਆਪਾਂ ਉਧਰ ਦੇਖਣਾ ਹਾਂ ਬਿਲਕੁਲ, ਉਹ ਪਾਰਲੀਮੈਂਟ ਅਲੱਗ ਹੋ ਗਈ, ਉਹਨਾਂ ਦੀ ਪਾਰਲੀਮੈਂਟ ਵਾਂਗੂ ਸਾਡੀ। ਅੱਛਾ, ਦੂਸਰੀ ਗੱਲ ਇਹ ਵੀ ਆ ਕਿ ਲਾਲ ਕਿਲਾ ਜਿਹੜੀ ਉਹ ਇੱਕ ਹਿਸਟੋਰਿਕ ਬਿਲਡਿੰਗ ਆ, ਉਹਦਾ ਐਜ਼ ਇਟ ਇਜ਼ ਇੰਡੀਆ ਦੇ ਵਿੱਚ ਕੋਈ ਖਾਸ ਮਕਸਦ ਹੈ ਨਹੀਂ। ਮੈਂ ਇੱਥੇ ਯਾਦ ਤੁਹਾਨੂੰ ਦਿਲਾ ਦੇਵਾਂ ਕਿ ਜਿਹੜੇ ਸਾਡੇ ਉੱਥੇ ਇਸ ਟਾਈਮ ਦੇ ਉੱਪਰ ਰਾਜ ਕਰ ਰਹੇ ਨਾ ਲੋਕ, ਉਹਨਾਂ ਵਿੱਚੋਂ ਤੇ ਉਹਨਾਂ ਨੇ ਤੇ ਇਲਾਹਾਬਾਦ ਦਾ ਨਾਮ ਵੀ ਚੇਂਜ ਕਰ ਦਿੱਤਾ ਸੀਗਾ, ਉਹ ਵੀ ਪ੍ਰਯਾਗਰਾਜ ਹੋ ਗਿਆ ਹੈ ਨਾ। ਤੇ ਉਹ ਕਿਉਂ ਹੋਇਆ? ਕਿਉਂਕਿ ਅਸੀਂ ਇਹਨੂੰ ਜਿਹੜਾ ਮੁਸਲਿਮ ਜੋ ਵੀ ਉਹਨਾਂ ਨੇ ਕੀਤਾ ਹੈ ਨਾ, ਉਹ ਆਪਾਂ ਉਹ ਫ੍ਰੀ ਕਰਨਾ ਆ। ਤੇ ਇਹ ਲਾਲ ਕਿਲਾ ਵੀ ਤਾਂ ਮੁਸਲਮਾਨਾਂ ਦੇ ਉਹਨਾਂ ਦੇ ਟਾਈਮ ਤੇ ਬਣਾਇਆ ਗਿਆ, ਉਥੋਂ ਸਾਰੇ ਤਰ੍ਹਾਂ ਦੇ, ਬਟ ਹੁਣ ਉਹ ਉਹਨਾਂ ਦਾ ਆਪਣਾ ਹੋ ਗਿਆ ਆ। ਸੋ ਇਹ ਜਿਹੜੀ ਸਿਲੈਕਟਿਵ ਨੈਰੇਟਿਵ ਕੰਸਟਰਕਟ ਕਰਨੇ ਆ ਨਾ, ਇਹ ਬੇਸਿਕਲੀ ਇੱਕ ਪਾਰਟ ਨੂੰ ਡਿਮੋਨਾਈਜ਼ ਕਰਨਾ ਹੁੰਦਾ ਆ, ਹੋਰ ਕੁਝ ਨਹੀਂ। ਕੈਪੀਟਲ ਹਿਲ ਦੇ ਨਾਲ ਇਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਬਣਦਾ। ਮੈਂ ਫਿਰ ਕਹਿ ਰਹੀ ਹਾਂ, ਕੰਪੈਰੀਜ਼ਨ ਉਦੋਂ ਬਣੂਗਾ ਜੇ ਕੋਈ ਇੰਡੀਆ ਦੇ ਵਿੱਚ ਕੋਈ ਜਿੱਤ ਜਾਵੇ, ਮੋਦੀ ਸਾਹਿਬ ਕਹਿਣ ਹਮ ਨਹੀਂ ਜਾਤੇ, ਤੇ ਫਿਰ ਮੋਦੀ ਸਾਹਿਬ ਦੇ ਜਿਹੜੇ ਸਮਰਥਕ ਹੈ ਖਾਸ ਤੌਰ ਆਰਐਸਐਸ ਵਾਲੇ, ਉਹ ਪਾਰਲੀਮੈਂਟ ਦੇ ਵਿੱਚ ਵੜ ਜਾਣ, ਤਾਂ ਫਿਰ ਟਵਿੱਟਰ ਨੂੰ ਚਾਹੀਦਾ ਕਿ ਮੋਦੀ ਸਾਹਿਬ ਔਰ ਉਹਨਾਂ ਦੇ ਸਾਰੇ ਸਮਰਥਕਾਂ ਦੇ ਜਿਹੜੇ ਹੈਗੇ ਉਹ ਬੰਦ ਕਰ ਦੇਣ। ਅਦਰਵਾਈਜ਼ ਕੈਪੀਟਲ ਹਿਲ ਦੇ ਨਾਲ ਉਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਬਣਦਾ। ਬਿਲਕੁਲ। ਤੇ ਪ੍ਰੋਗਰਾਮ ਦੇ ਆਪਾਂ ਜਦੋਂ ਅਖੀਰ ਦੇ ਵਿੱਚ ਪਹੁੰਚ ਚੁੱਕੇ ਹਾਂ, ਤੇ ਅਖੀਰ ਦੇ ਵਿੱਚ ਜਿਸ ਬੰਨੇ ਮੋਰਚਾ ਜਾ ਰਿਹਾ ਹੈਗਾ, ਜਾਂ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਕਿ ਹੁਣ ਕਿੱਥੇ ਹੈਗਾ, ਜਾਂ ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ? ਹੁਣ ਬੜਾ ਡਿਫਿਕਲਟ ਮੋਡ ਵੀ ਹੈ ਔਰ ਬੜਾ ਜਿਹੜਾ ਡਿਸਾਈਸਿਵ ਮੋਡ ਵੀ ਹੈ ਇਸ ਟਾਈਮ ਦੇ ਉੱਤੇ, ਕਿਉਂਕਿ ਸਰਕਾਰ ਕਹਿ ਰਹੀ ਅਸੀਂ ਵੀ ਗੱਲ ਕਰਨ ਨੂੰ ਤਿਆਰ ਹਾਂ, ਇਹ ਕਹਿ ਰਹੇ ਅਸੀਂ ਵੀ ਗੱਲ ਕਰਨ ਨੂੰ ਤਿਆਰ ਹਾਂ। ਸਰਕਾਰ ਕਹਿ ਰਹੀ ਸਾਨੂੰ ਤੁਸੀਂ ਆਪਣਾ ਦਿਓ ਕੋਈ ਪ੍ਰਪੋਜ਼ਲ, ਉਹ ਕਹਿ ਰਹੇ ਸਾਨੂੰ ਤੁਸੀਂ ਆਪਣਾ ਪ੍ਰਪੋਜ਼ਲ ਦਿਓ। ਸੋ ਬੇਸਿਕਲੀ ਜਿਹੜੀ ਆ ਦੇਖੋ, ਕੋਈ ਵੀ ਕੰਮ ਆ ਨਾ ਉਹ ਟੇਬਲ ਤੇ ਆ ਕੇ ਹੀ ਖਤਮ ਹੁੰਦਾ ਆ, ਟੇਬਲ ਟਾਕ ਤੋਂ ਬਿਨਾ ਹੋਰ ਕੋਈ ਰਸਤਾ ਹੈ ਨਹੀਂ। ਤੋ ਗਵਰਨਮੈਂਟ ਨੂੰ ਵੀ ਮੇਰੇ ਹਿਸਾਬ ਨਾਲ, ਮੋਦੀ ਸਾਹਿਬ ਹੋਣੀ ਸਿਆਣੇ ਲੋਕ ਆ, ਉਹਨਾਂ ਨੇ ਇੰਨਾ ਚਿਰ ਹੋ ਗਿਆ ਉਹਨਾਂ ਨੂੰ ਸਭ ਕੁਝ ਚੱਲਦਿਆਂ, ਉਹਨਾਂ ਨੂੰ ਆਪਣਾ ਹੀ ਬੇਸ਼ੱਕ ਇੱਕ ਟੇਬਲ ਟਾਕ ਦੇ ਉੱਤੇ ਬੈਠ ਕੇ, ਇੱਕ ਟੇਬਲ ਟਾਕ ਕਰਕੇ ਉਹਨਾਂ ਨੂੰ ਇਹਦਾ ਹੱਲ ਕੱਢਣਾ ਚਾਹੀਦਾ। ਜੇ ਉਹ 2 ਜਾਂ 3 ਸਾਲ ਲਈ ਉਹਨੂੰ ਖੜੇ ਕਰਨ ਨੂੰ ਰੈਡੀ ਆ, ਤਾਂ ਵਾਈ ਨਾਟ? ਦਾ ਮਤਲਬ 3 ਸਾਲ ਤੇ ਬਾਕੀ ਪਿੱਛੇ ਰਹਿ ਕੇ ਗਿਆ, ਉਦੋਂ ਤੱਕ ਤੁਹਾਡੀ ਸਰਕਾਰ ਚਲੇ ਜਾਣੀ ਆ। ਤੇ ਮੋਦੀ ਸਾਹਿਬ ਤੁਹਾਨੂੰ ਜਾਂ ਤਾਂ ਉਹਨਾਂ ਨੂੰ ਯਕੀਨ ਆ ਕਿ ਅਗਲੀ ਵਾਰੀ ਵੀ ਅਸੀਂ ਆਉਣਾ ਆ, ਤੇ ਜੇ ਉਹਨਾਂ ਨੂੰ ਮੰਨ ਲਓ ਨਹੀਂ ਵੀ ਯਕੀਨ, ਕੋਈ ਹੋਰ ਆਉਂਦਾ ਤਾਂ ਕਿਆ ਪਤਾ ਉਹਨੂੰ ਕਿੱਦਾਂ ਲਊਗਾ। ਸੋ ਬੇਸਿਕਲੀ ਜਿਹੜਾ ਇਹ ਰੇੜਕਾ ਹੈ ਨਾ, ਇਹ ਮੋਦੀ ਸਾਹਿਬ ਹੁਣਾਂ ਨੂੰ ਖਤਮ ਕਰਕੇ ਇਹਦੇ ਉੱਤੇ ਪੁਨਰ ਵਿਚਾਰ ਕਰ ਲੈਣਾ ਚਾਹੀਦਾ ਕਿ ਇਹਨੂੰ ਇੱਕ ਵਾਰੀ ਬੰਦ ਕਰ ਦਈਏ। 3 ਸਾਲਾਂ ਲਈ ਵੀ ਤਾਂ ਕਰਨ ਨੂੰ ਤਿਆਰ ਹੀ ਨੇ ਨਾ। ਔਰ ਜਿਹੜੇ ਸਾਡੇ ਆਪਣੇ ਜਥੇਬੰਦੀਆਂ ਦੇ ਲੀਡਰਸ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਇੱਕ ਪ੍ਰਪੋਜ਼ਲ ਅਗਰ ਉਹ ਮੰਗ ਰਹੇ ਆ, ਪ੍ਰਪੋਜ਼ਲ ਬਣਾ ਕੇ ਭੇਜ ਦੇਣ ਕਿ ਤੁਸੀਂ 3 ਸਾਲ ਨੂੰ ਵੀ ਤਾਂ ਮੰਨਦੇ ਹੀ ਪਏ ਹੋ ਨਾ, ਇਹਨੂੰ ਸਿਰੇ ਤੋਂ ਖਤਮ ਕਰ ਦਿਓ ਐਂਡ ਲੈਟਸ ਸਿਟ ਟੁਗੇਦਰ ਐਂਡ ਫਾਰਮੂਲੇਟ ਨਿਊ ਲਾਜ਼, ਹੈ ਨਾ। ਮੋਦੀ ਸਾਹਿਬ ਦੀ ਵੀ ਬੱਲੇ ਬੱਲੇ, ਇਹਨਾਂ ਦੀ ਵੀ ਬੱਲੇ ਬੱਲੇ ਕੰਮ, ਲੋਕੀ ਵਿਚਾਰੇ ਆਮ ਘਰਾਂ ਨੂੰ ਜਾਣ। ਬਿਲਕੁਲ। ਔਰ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆਪਾਂ ਕਹਿ ਰਹੇ ਕਿ ਆਪਣੀਆਂ ਜਿਹੜੀਆਂ ਜਾਨਾਂ ਨੇ ਉਹ ਇਹਨਾਂ ਸਮਿਆਂ ਦੇ ਵਿੱਚ ਗਵਾ ਚੁੱਕੇ ਨੇ, ਤੇ ਹੁਣ ਇੱਥੇ ਲੋੜ ਇਹੀ ਬਣਦੀ ਹੈਗੀ, ਸਰਕਾਰ ਦੀ ਵੀ ਖਾਸ ਕਰਕੇ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਇਹ ਸਾਰੇ ਲੋਕ ਜਿਹੜੇ ਨੇ ਸਿਟੀਜ਼ਨ ਆਖਰ ਭਾਰਤ ਦੇ ਹੀ ਨੇ। ਜੇ ਸਰਕਾਰ ਹੀ ਇਹਨਾਂ ਦੀ ਨਹੀਂ ਸੁਣੇਗੀ ਤੇ ਗੱਲ ਕਿਹੜੇ ਬੰਨੇ ਜਾਏਗੀ? ਇਹ ਸਾਰਾ ਸੋਚ ਵਿਚਾਰ ਦਾ ਵਿਸ਼ਾ ਹੈਗਾ। ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਬੀਬੀ ਕਿਰਨਪ੍ਰੀਤ ਕੌਰ ਹੋਣਾ ਦਾ ਧੰਨਵਾਦ ਕਰਦੇ ਹਾਂ। ਤੇ ਅਖੀਰ ਦੇ ਵਿੱਚ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਈਮੇਲ ਕਰਕੇ ਦੱਸ ਸਕਦੇ ਹੋ, ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 0121551101। ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।